ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਅੱਜ ਦਾ ਪ੍ਰੋਗਰਾਮ ਖਾਸ ਗੱਲਬਾਤ ਲੈ ਕੇ ਮੈਂ ਹਾਜ਼ਰ ਹਾਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਸ ਸ਼ਖਸੀਅਤ ਦੇ ਨਾਲ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਤੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਨ ਜਾ ਰਹੇ ਹਾਂ ਉਹ ਸਾਡੇ ਸਾਰਿਆਂ ਦੇ ਵਾਸਤੇ ਬੜੀ ਅਹਿਮ ਇਸ ਕਰਕੇ ਆ ਕਿ ਗੱਲਬਾਤ ਗੁਰੂ ਨਗਰੀ ਦੇ ਨਾਲ ਸੰਬੰਧਿਤ ਆ ਤੇ ਅੰਮ੍ਰਿਤਸਰ 에ਅਰਪੋਰਟ ਦੇ ਨਾਲ ਸੰਬੰਧਿਤ ਆ ਤੇ ਹਰ ਇੱਕ ਸਿੱਖ ਜਿਹੜਾ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿੰਦਾ ਆ ਉਸ ਦੇ ਮਨ ਦੇ ਵਿੱਚ ਇਹ ਹੁੰਦਾ ਵਾ ਕਿ ਜਦੋਂ ਵੀ ਉਹ ਭਾਰਤ ਆਵੇ, ਪੰਜਾਬ ਆਵੇ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਜ਼ਰੂਰ ਨਤਮਸਤਕ ਹੋਵੇ। ਸੋ ਅਜਿਹੇ ਹੀ ਇੱਕ ਪੂਰਨੇ ਜਿਹੜੇ ਆ ਉਹ ਪਾਏ ਨੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸੈਕਟਰੀ ਜਿਹੜੇ ਨੇ ਸਰਦਾਰ ਸੁਮੀਪ ਸਿੰਘ ਗੁਮਟਾਲਾ ਤੇ ਨਾਲ ਫਲਾਈ ਅੰਮ੍ਰਿਤਸਰ ਦੇ ਕਨਵੀਨਰ ਸੁਮੀਪ ਸਿੰਘ ਗੁਮਟਾਲਾ ਜਿਨ੍ਹਾਂ ਨਾਲ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਤੇ ਉਹਨਾਂ ਦੇ ਸਬੰਧ ਦੇ ਵਿੱਚ ਜੇਕਰ ਮੈਂ ਇਹ ਗੱਲ ਕਹਿ ਦੇਵਾਂ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਮੈਂ ਰਾਹਾਂ ਤੇ ਨਹੀਂ ਚੱਲਦਾ, ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ। ਸੋ ਉਹਨਾਂ ਨੇ ਕਈ ਰਾਹ ਜਿਹੜੇ ਆ ਉਹ ਬਣਾਏ ਤੇ ਉਸੇ ਦੇ ਚੱਲਦਿਆਂ ਹੀ ਕਈ ਫਲਾਈਟਾਂ ਅੰਮ੍ਰਿਤਸਰ ਜਿਹੜੀਆਂ ਆਈਆਂ। ਸੋ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ। ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਜੀ ਸਭ ਤੋਂ ਪਹਿਲਾਂ ਤੁਹਾਡਾ ਵੈਲਕਮ ਹੈ। ਤੁਸੀਂ ਅਮਰੀਕਾ ਤੋਂ ਹੁਣ ਪੰਜਾਬ ਪਹੁੰਚੇ ਜੇ ਤੇ ਮੇਰੇ ਕੋਲ ਸਵਾਲ ਜਿਹੜੇ ਮੈਂ ਕਾਫੀ ਤੁਹਾਡੇ ਵਾਸਤੇ ਲਿਖ ਕੇ ਲੈ ਕੇ ਆਇਆ ਹਾਂ ਕਿ ਜੋ ਕੁਝ ਤੁਸੀਂ ਕੀਤਾ ਉਸ ਸੰਬੰਧ ਦੇ ਵਿੱਚ ਵੀ ਤੇ ਜਿਹੜੀਆਂ ਫਲਾਈਟਾਂ ਉਸ ਸੰਬੰਧ ਦੇ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੂੰਗਾ ਕਿ ਤੁਸੀਂ ਆਪਣੇ ਕੰਮ ਦੇ ਬਾਰੇ ਦੱਸੋ ਕਿ ਤੁਹਾਡਾ ਕਿੱਤਾ ਕੀ ਆ ਤੇ ਵਿਦੇਸ਼ ਤੁਸੀਂ ਕਦੋਂ ਗਏ। ਬਹੁਤ ਬਹੁਤ ਧੰਨਵਾਦ ਜੀ ਸਿੱਖ ਚੈਨਲ ਦਾ ਤੇ ਤੁਹਾਡਾ, ਤੁਸੀਂ ਬਹੁਤ ਸਾਡੇ ਇਸ ਕੰਮ 'ਚ ਸਪੋਰਟ ਕਰਦੇ ਰਹੇ ਜੇ। ਮੈਂ ਜੀ ਅਮਰੀਕਾ ਦੇ ਸ਼ਹਿਰ ਡੇਟਨ ਜੋ ਕਿ ਓਹਾਇਓ ਦਾ ਸੂਬਾ ਹੈ ਉੱਥੇ ਰਹਿਣਾ ਤੇ ਮੈਂ ਇੱਕ ਇੰਜੀਨੀਅਰ ਹਾਂ ਜੀ। ਐਰੋਸਪੇਸ ਕੰਪਨੀ ਵਿੱਚ ਮੈਂ ਇੰਜੀਨੀਅਰ ਦਾ ਕੰਮ ਕਰਦਾ ਹਾਂ ਤੇ ਉੱਥੇ ਜਿਹੜੀ ਮੇਰੀ ਕੰਪਨੀ ਬ੍ਰੇਕਾਂ ਤੇ ਹੋਰ ਵੀਲ ਜਿਹੜੇ ਜਹਾਜ਼ ਦੇ ਬਣਾਉਂਦੇ ਨੇ। ਸੋ ਇੱਕ ਤਰ੍ਹਾਂ ਨਾਲ ਐਰੋਸਪੇਸ ਕੰਪਨੀ ਨਾਲ ਵੀ ਥੋੜਾ ਜੁੜੇ ਹੋਏ ਆ ਤੇ ਮੈਂ ਅਮਰੀਕਾ ਤੋਂ ਮਾਸਟਰਸ ਕੀਤੀ ਇੰਜੀਨੀਅਰਿੰਗ ਦੀ ਜੀ ਤੇ ਉੱਥੇ ਡੇਟਨ ਓਹਾਇਓ ਜਿਹੜਾ ਡੇਟਨ ਦਾ ਸ਼ਹਿਰ ਆ ਜੀ ਉਹਨੂੰ ਬਰਥ ਪਲੇਸ ਆਫ ਐਵੀਏਸ਼ਨ ਰਾਈਟ ਬ੍ਰਦਰਸ ਦੋ ਭਰਾ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਹਾਜ਼ ਉਡਾਇਆ ਉਸ ਸ਼ਹਿਰ 'ਚ ਮੈਂ ਰਹਿਣਾ ਵਾਂ ਤੇ ਐਜ਼ ਅ ਇੰਜੀਨੀਅਰ ਮੈਂ ਉੱਥੇ ਕੰਮ ਕਰ ਰਿਹਾ। ਮੈਨੂੰ ਤਕਰੀਬਨ ਹੁਣ 18 ਸਾਲ ਹੋ ਗਏ ਨੇ ਉੱਥੇ ਗਏ ਹੋਏ ਨੂੰ ਅਮਰੀਕਾ। ਕੀ ਕਾਰਨ ਰਿਹਾ ਕਿ ਤੁਸੀਂ ਅੰਮ੍ਰਿਤਸਰ ਦੇ ਨਾਲ ਗੁਰੂ ਨਗਰੀ ਦੇ ਨਾਲ ਜੁੜੇ ਰਹੇ ਤੇ ਉਸ ਵਾਸਤੇ ਜਿਹੜੇ ਆ ਉਹ ਤੁਸੀਂ ਸਮਾਜ ਸੇਵਾ ਕਹਿ ਲਿਆ ਜਾਵੇ ਤਾਂ ਇਸ ਦੇ ਵਿੱਚ ਵੀ ਕੋਈ ਗਲਤ ਨਹੀਂ ਹੋਵੇਗਾ ਉਹ ਕਰਦੇ ਰਹੇ। ਮੈਂ ਜੀ ਅੰਮ੍ਰਿਤਸਰ ਦਾ ਬੌਰਨ ਆ, ਇੱਥੇ ਜਨਮ ਹੋਇਆ ਜੀ ਤੇ ਸਾਰਾ ਅਸੀਂ ਸ਼ਹਿਰ ਦੇ ਲਾਗੇ ਦਰਬਾਰ ਸਾਹਿਬ ਦੇ ਲਾਗੇ ਰਹਿ ਕੇ ਸਾਰਾ ਅਸੀਂ ਦੇਖਿਆ ਸੇਵਾ ਭਾਵਨਾ ਜਿੱਦਾਂ ਸਾਡੇ ਸਾਰੇ ਸਿੱਖਾਂ 'ਚ ਕਿੱਦਾਂ ਸੇਵਾ ਭਾਵਨਾ, ਸਾਰੇ ਪੰਜਾਬੀਆਂ 'ਚ ਕੋਈ ਵੀ ਧਰਮ ਹੋਵੇ ਹਰਿਮੰਦਰ ਸਾਹਿਬ ਸਾਰੇ ਜੁੜੇ ਹੋਏ ਆ ਤੇ ਉਸੇ ਸੇਵਾ ਭਾਵਨਾ ਜਦੋਂ ਅਮਰੀਕਾ ਗਿਆ ਪਰ ਮੇਰੀ ਪੂਰੀ ਕੋਸ਼ਿਸ਼ ਰਹੀ ਭਾਵੇਂ ਅਸੀਂ ਅਮਰੀਕਾ ਚਲੇ ਜਾਈਏ ਆਪਣੇ ਆਪ ਨੂੰ ਜੇ ਕੱਲ ਨੂੰ ਸਾਡੇ ਮੇਰੇ ਇੱਕ ਫੈਮਿਲੀ ਵੀ ਹੋਏਗੀ ਉਹਨਾਂ ਨੂੰ ਆਪਣੇ ਸ਼ਹਿਰ ਨਾਲ ਆਪਣੇ ਦੇਸ਼ ਨਾਲ ਜੋੜੀ ਰੱਖਣਾ, ਆਪਣੇ ਸੱਭਿਆਚਾਰ ਨਾਲ। ਉਸੇ ਅਧੀਨ ਸਿੱਖਾਂ ਵਿੱਚ ਤੁਹਾਨੂੰ ਪਤਾ ਸਾਡੇ ਗੁਰੂ ਸਾਹਿਬ ਨੇ ਇੱਕ ਸੇਵਾ ਦਾ ਸੰਕਲਪ ਜਿਹੜਾ ਦਿੱਤਾ ਵਾ ਤੇ ਉਸ ਨੂੰ ਵੀ ਅਸੀਂ ਜਾਰੀ ਰੱਖਣਾ ਜੀ। ਤੇ ਉਸੇ ਤਰ੍ਹਾਂ ਅਮਰੀਕਾ ਵਿੱਚ ਵੀ ਕਹਿੰਦੇ ਨੇ ਜਾਂ ਬਾਹਰ ਵੀ ਕਹਿੰਦੇ ਨੇ ਗਿਵਿੰਗ ਬੈਕ ਟੂ ਯੂਰ ਕਮਿਊਨਿਟੀ ਨੂੰ ਆਪਾਂ ਕਿੱਦਾਂ ਵਾਪਸ ਦੇਣਾ ਕੋਈ ਆਪਣੀ ਜੋ ਸਾਨੂੰ ਉਹਨਾਂ ਨੇ ਦਿੱਤਾ ਵਾ ਤੇ ਉਸੇ ਤਹਿਤ ਮੈਨੂੰ ਸ਼ੁਰੂ ਤੋਂ ਫਿਰ ਇਸ ਤਰ੍ਹਾਂ ਅੰਮ੍ਰਿਤਸਰ ਨਾਲ ਜੁੜਨਾ। ਪਰ ਸੁਭਾਵਕ ਕਿ ਮੇਰੇ ਜਿਹੜੇ ਫਾਦਰ ਸੀਗੇ ਡਾਕਟਰ ਚਰਨਜੀਤ ਸਿੰਘ ਗੁਮਟਾਲਾ ਉਹ ਵੀ ਬਹੁਤ ਦੇਰ ਤੋਂ ਸਮਾਜ ਸੇਵਾ ਦਾ ਕੰਮ ਕਰਦੇ ਰਹੇ ਨੇ ਤੇ ਇਸੇ ਸੇਵਾ ਦੇ ਅੰਦਰ ਉਹਨਾਂ ਨੇ ਸਮਾਜ ਸੇਵੀ ਸੰਸਥਾ ਅੰਮ੍ਰਿਤਸਰ ਵਿਕਾਸ ਮੰਚ ਸ਼ੁਰੂ ਕੀਤੀ ਤਾਂ ਜੋ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਜਾਵੇ ਤੇ ਉਸੇ ਵਿਕਾਸ ਵਿੱਚ ਕਾਫੀ ਉਹਨਾਂ ਨੇ ਸ਼ਹਿਰ ਦਾ ਜਿਹੜਾ ਇੱਕ ਡੇਰੀਆਂ ਦੀ ਸਮੱਸਿਆ ਸੀ ਬਹੁਤ ਕੁਝ ਦਾ ਕੰਮ ਕੀਤੇ ਤੇ 에ਅਰਪੋਰਟ ਉਹਨਾਂ ਦਾ ਇੱਕ ਬੜਾ ਸੁਪਨਾ ਸੀਗਾ ਉਹਨਾਂ ਦਾ ਤੇ ਹੋਰ ਵੀ ਬੜੇ ਸ਼ਹਿਰ ਦੇ ਪਤਵੰਤੇ ਸੱਜਣਾ ਦਾ ਕਿ ਫਲਾਈਟਾਂ ਵੀ ਇੱਥੋਂ ਸ਼ੁਰੂ ਹੋਣ ਤੇ ਇਸੇ ਤਰ੍ਹਾਂ ਮੈਂ ਉਹਨਾਂ ਦਾ ਸ਼ੁਰੂ ਤੋਂ ਜੁੜਿਆ ਹੋਇਆ ਸੀ। ਮੈਨੂੰ ਪਤਾ ਸੀ ਉਦੋਂ ਲੈਟਰਾਂ ਲਿਖਦੇ ਸੀ ਤੇ ਇਸੇ ਤਰ੍ਹਾਂ ਫਿਰ ਮੈਂ ਉਹਦੇ ਵਿੱਚ ਇਸ ਤਰ੍ਹਾਂ ਸ਼ਾਮਲ ਹੋਇਆ ਕਿ ਕਿਸ ਤਰ੍ਹਾਂ ਸ਼ਾਮਲ ਹੋ ਕੇ ਮੈਂ ਵੀ ਇਸ ਸੇਵਾ ਵਿੱਚ ਆਪਣੀ ਸੇਵਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਜਿਹੜਾ ਆ ਉਸ ਦੇ ਬਾਰੇ ਦੇ ਵਿੱਚ ਮੈਂ ਚਾਹੂੰਗਾ ਕਿ ਤੁਸੀਂ ਦਰਸ਼ਕਾਂ ਨਾਲ ਸਾਂਝ ਪਾਓ ਕਿ ਕਿਵੇਂ ਉਸ ਦੇ ਜ਼ਰੀਏ ਤੁਸੀਂ ਉਡਾਨਾਂ ਜਿਹੜੀਆਂ ਇੱਥੇ ਲੈ ਕੇ ਆਏ ਜਾਂ ਕੀ ਸਾਰਾ ਕੁਝ ਹੈ। ਫਲਾਈ ਅੰਮ੍ਰਿਤਸਰ ਇਸੇ ਤਰ੍ਹਾਂ ਅਸੀਂ ਇੱਕ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਜਦੋਂ ਸਾਰਾ ਚਿੱਠੀਆਂ ਲਿਖਦੇ ਸੀ ਤੇ ਕੋਸ਼ਿਸ਼ ਇਹ ਕੀਤੀ ਕਿ ਹੁਣ ਕੁਝ ਉਸ ਨੂੰ ਵੱਖਰਾ ਜਿਹਾ ਨਾਂ ਦਿੱਤਾ ਜਾਵੇ ਜਿਹੜਾ ਇਕੱਲਾ 에ਅਰਪੋਰਟ ਤੇ ਫਲਾਈਟਾਂ ਤੇ ਕੇਂਦਰਿਤ ਹੋਵੇ ਤੇ ਮੇਰੇ ਇੱਕ ਮਿੱਤਰ ਨੇ ਆਨੰਦਦੀਪ ਢਿੱਲੋਂ ਵਿਕਾਸ ਮੰਚ ਦੇ ਬਹੁਤ ਸਾਲ ਤੋਂ ਮੈਂਬਰ ਨੇ ਨਾਲ ਹੀ ਤੇ ਉਹਨਾਂ ਨੇ ਇੱਕ ਨਾਂ ਫਿਰ ਅਸੀਂ ਇਕੱਠੇ ਗੱਲਬਾਤ ਕਰਕੇ ਇੱਕ ਨਾਂ ਸ਼ੁਰੂ ਕੀਤਾ ਜਿਹਨੂੰ ਅਸੀਂ ਨਾਂ ਦਿੱਤਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਤੇ ਉਹ ਇਨੀਸ਼ੀਏਟਿਵ ਦੇ ਅੰਡਰ ਪਿਛਲੇ ਅਸੀਂ 1 ਸਾਲ ਤੋਂ ਹੁਣ 1.5 ਸਾਲ ਤੋਂ ਹੀ ਉਹ ਕੰਮ ਕਰ ਰਹੇ ਹਾਂ ਤੇ ਸਾਨੂੰ ਬਹੁਤ ਕਾਫੀ ਹੁੰਗਾਰਾ ਮਿਲ ਰਿਹਾ ਹੈ ਤੇ ਕਾਫੀ ਗੁਰੂ ਰਾਮਦਾਸ ਪਾਤਸ਼ਾਹ ਦੀ ਗੁਰੂ ਕੀ ਨਗਰੀ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦਾ ਅਰਦਾਸ ਕਰਕੇ ਅਸੀਂ ਇਹ ਉਪਰਾਲਾ ਪਿਛਲੇ ਸਾਲ ਅਕਤੂਬਰ ਜਿੱਥੇ ਅਖੰਡ ਪਾਠ ਵੀ ਕਰਵਾਇਆ ਗਿਆ 에ਅਰਪੋਰਟ ਦੇ ਪਿੱਛੇ ਗੁਰਦੁਆਰੇ ਫਿਰ ਅਸੀਂ ਇਹ ਨਵਾਂ ਨਾਂ ਉਸ ਨੂੰ ਦਿੱਤਾ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ।
ਨਵੀਆਂ ਉਡਾਨਾਂ ਜਿਹੜੀਆਂ ਤੁਸੀਂ ਇੱਥੇ ਲੈ ਕੇ ਆਂਦੀਆਂ ਜਾਂ ਉਸ ਸੰਬੰਧ ਦੇ ਵਿੱਚ ਕੋਈ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ, ਕੋਰਟ ਦੇ ਵਿੱਚ ਵੀ ਜਾਣਾ ਪਿਆ? ਹਾਂਜੀ, ਅਸੀਂ ਫਿਰ ਨਾ ਮੈਂ ਤਕਰੀਬਨ 2.5 ਸਾਲ ਪਹਿਲਾਂ ਫਿਰ ਜਦੋਂ ਆਪਾਂ ਗੱਲ ਕੀਤੀ ਤੇ ਅਸੀਂ ਕਿਹਾ ਕਿ 에ਅਰ ਇੰਡੀਆ ਦੀ ਇੱਥੋਂ ਉਡਾਨਾਂ ਚੱਲਦੀਆਂ ਸੀ ਅੰਮ੍ਰਿਤਸਰ ਬਰਮਿੰਘਮ, ਅੰਮ੍ਰਿਤਸਰ ਲੰਡਨ ਟੋਰਾਂਟੋ, ਜਿਸ ਨੂੰ 에ਅਰ ਇੰਡੀਆ ਫਿਰ ਅੰਮ੍ਰਿਤਸਰ ਦਿੱਲੀ ਟੋਰਾਂਟੋ ਲੈ ਗਈ, ਅੰਮ੍ਰਿਤਸਰ ਦਿੱਲੀ ਲੰਡਨ ਕਰ ਦਿੱਤਾ। ਤੇ ਕਾਫੀ ਸਟੱਡੀ ਕੀਤੀ, ਫਿਰ 3 ਕੁ ਮਹੀਨੇ ਮੈਂ ਫਿਰ ਨਾ ਜਦੋਂ ਇਸ ਕੰਮ ਸ਼ੁਰੂ ਪਿਆ ਤੇ ਮੈਂ 2004 ਤੋਂ ਫਿਰ ਸਾਰਾ ਨਾ 에ਅਰਪੋਰਟ ਦਾ ਡੇਟਾ ਇਕੱਠਾ ਕੀਤਾ, ਕਿੰਨੀਆਂ ਸਵਾਰੀਆਂ ਇੱਥੇ ਆ ਜਾ ਰਹੀਆਂ ਨੇ, ਕਿੱਥੇ ਕਿੱਥੇ ਪੰਜਾਬੀ ਵਸੇ ਹੋਏ ਨੇ, ਕਿੰਨੀ ਕਿੰਨੀ ਗਿਣਤੀ ਹੈ ਉਹਨਾਂ ਦੀ, ਉਹ ਸਾਰਾ ਡੇਟਾ 3 ਮਹੀਨੇ ਇਕੱਠਾ ਕਰਕੇ ਅਸੀਂ ਫਿਰ ਪੂਰਾ ਉਹਦਾ ਕੇਸ ਇੱਕ ਤਿਆਰ ਕੀਤਾ ਤੇ ਜਨਵਰੀ 2017 ਵਿੱਚ ਅਸੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਪਬਲਿਕ ਇੰਟਰਸਟ ਲੀਗ ਜਨ ਹਿੱਤ ਪਟੀਸ਼ਨ ਦਾਇਰ ਕੀਤੀ। ਤੇ ਸਾਨੂੰ ਖੁਸ਼ੀ ਹੈ ਕਿ ਉਹ ਪਟੀਸ਼ਨ ਪਹਿਲੇ ਦਿਨ ਜਦੋਂ ਜੱਜ ਸਾਹਿਬ ਨੇ ਕਿਹਾ ਕਿ ਤੁਸੀਂ ਉੱਥੇ ਚੰਡੀਗੜ੍ਹ 에ਅਰਪੋਰਟ ਦਾ ਕੇਸ ਚੱਲ ਰਿਹਾ ਸੀ ਹਾਈ ਕੋਰਟ 'ਚ, ਤੇ ਸਾਡਾ ਕੇਸ ਵੀ ਨਾਲ ਲੱਗਾ ਤੇ ਜੱਜ ਸਾਹਿਬ ਨੇ ਵੀ 에ਅਰ ਇੰਡੀਆ ਨੂੰ ਬੜਾ ਕਿਹਾ ਕਿ ਤੁਸੀਂ ਉਲਟੀ ਗੰਗਾ ਵਹਾਉਂਦੇ ਜੇ, ਤੁਸੀਂ ਪਹਿਲਾਂ ਦਿੱਲੀ ਨੂੰ ਜਾਂਦੇ ਜੇ, ਫਿਰ ਦਿੱਲੀ ਉੱਡ ਕੇ ਅੰਮ੍ਰਿਤਸਰ ਉੱਡ ਕੇ ਬਰਮਿੰਘਮ ਜਾਂਦੇ ਜੇ। ਤੇ 에ਅਰ ਇੰਡੀਆ ਇੱਕ ਸਰਕਾਰੀ 에ਅਰਲਾਈਨ ਹੈ, ਉਹ ਭਾਰਤ ਦੇ ਟੈਕਸ ਪੇਅਰ ਮਨੀ ਨਾਲ ਚੱਲਦੀ ਹੈ, ਤੇ ਜੇ ਉਹਦੇ ਵਿੱਚ 80% ਪੰਜਾਬੀ ਜਾ ਰਹੇ ਸੀਗੇ ਤੇ ਉਹਨਾਂ ਨੇ 에ਅਰ ਇੰਡੀਆ ਨੇ ਕਿਹਾ ਨਹੀਂ ਜੀ ਸਿਰਫ 40% ਲੋਕ ਅੰਮ੍ਰਿਤਸਰੋਂ ਆ ਰਹੇ ਨੇ, ਪਰ ਅਸੀਂ ਸਾਰਾ ਡੇਟਾ ਦਿੱਤਾ ਤੇ ਉਹ ਫਿਰ ਇਹ ਸਾਰਾ ਕੰਮ ਸਾਡਾ ਸਾਰਾ ਸ਼ੁਰੂ ਤੋਂ ਸ਼ੁਰੂ ਹੋਇਆ ਤੇ ਪ੍ਰੈਸ ਵਿੱਚ ਸਾਰਾ ਪ੍ਰੈਸ਼ਰ ਪਿਆ। ਫਿਰ ਮੈਨੂੰ ਖੁਸ਼ੀ ਹੈ ਕਿ ਜਿਸ ਤਰ੍ਹਾਂ ਅਸੀਂ ਫਲਾਈ ਅੰਮ੍ਰਿਤਸਰ ਐਡੀਸ਼ਨ ਮੈਂ ਜਿਸ ਤਰ੍ਹਾਂ ਕਹਿ ਰਿਹਾ ਸੀਗਾ, ਉਹ ਕੱਲਾ ਅੰਮ੍ਰਿਤਸਰ ਵਿਕਾਸ ਮੰਚ ਦਾ ਨਹੀਂ ਹੈ, ਉਹ ਸਾਰੀ ਅੰਮ੍ਰਿਤਸਰ ਦੀ, ਸਾਰੇ ਪੰਜਾਬੀਆਂ ਦੀਆਂ ਵਿਦੇਸ਼ਾਂ ਵਿੱਚ ਵੀ ਇਹ ਸਾਰੀ ਉਹਨਾਂ ਦੀ ਸਾਂਝੀ ਮੁਹਿੰਮ ਹੈ ਤੇ ਉਹਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਹੈ। ਤੇ ਅਸੀਂ ਆਪਣੇ ਪੋਲੀਟੀਸ਼ੀਅਨਸ ਤੱਕ ਵੀ ਅਪਰੋਚ ਕੀਤੀ ਤੇ ਉਹ 'ਚ ਮੈਨੂੰ ਖੁਸ਼ੀ ਹੈ ਕਿ ਜਦੋਂ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਜਦੋਂ ਮੈਂਬਰ MP ਨਿਯੁਕਤ ਹੋਏ ਤੇ ਉਹਨਾਂ ਦੀ ਪਹਿਲੀ ਸਪੀਚ ਜਿਹੜੀ ਸੀ ਪਾਰਲੀਮੈਂਟ 'ਚ ਉਹ ਇੱਥੇ ਉਡਾਨਾਂ ਵਾਸਤੇ ਸੀ। ਅਸੀਂ ਚਿੱਠੀਆਂ ਲਿਖਣੀਆਂ, ਸਾਡਾ ਕੰਮ ਹੈ ਚਿੱਠੀਆਂ ਲਿਖਣੀਆਂ ਸਰਕਾਰ ਨੂੰ, ਤੇ ਨਾਲ ਦੀ ਨਾਲ ਫਿਰ ਇੱਕ ਹੋਰ ਖੁਸ਼ੀ ਇਹ ਗੱਲ ਹੋਈ ਕਿ ਜਦੋਂ ਸ਼੍ਰੀ ਸ਼ਵੇਤ ਮਲਿਕ ਜੀ ਜੋ ਕਿ ਹੁਣ BJP ਦੇ ਪ੍ਰਧਾਨ ਵੀ ਨੇ, ਜਦੋਂ ਉਹ ਰਾਜ ਸਭਾ ਦੇ MP ਬਣੇ ਉਹਨਾਂ ਨੇ ਵੀ ਆਪਣੀ ਪਹਿਲੀ ਸਪੀਚ ਜਿਹੜੀ ਕੀਤੀ ਉਹ 에ਅਰਪੋਰਟ ਦੇ ਰਿਲੇਟਡ ਕੀਤੀ। ਸੋ ਬੜੀ ਖੁਸ਼ੀ ਵਾਲੀ ਗੱਲ ਹੋਈ ਕਿ ਆਪਣੇ ਜਿਹੜੇ MP ਨੇ, ਜਿਹੜੇ ਰਿਪਰੈਜ਼ੈਂਟੇਟਿਵ ਨੇ, ਉਹਨਾਂ ਦਾ ਵੀ ਧਿਆਨ ਇੱਧਰ ਕੇਂਦਰਿਤ ਹੋਵੇ, ਉਹਨਾਂ ਨੂੰ ਅਸੀਂ ਸਾਰਾ ਡੇਟਾ ਦੱਸਣਾ, ਸਾਰਾ ਵਿਦੇਸ਼ਾਂ ਤੋਂ ਵੀ ਕਾਲ ਕਰਨੀ, ਸਾਰਾ ਕਰਕੇ, ਤੇ ਬੜੀ ਖੁਸ਼ੀ ਆ, ਬਹੁਤ ਸਾਥ ਰਿਹਾ। ਤੇ ਉਹਦੇ ਵਿੱਚ ਫਿਰ ਇਸੇ ਅਧੀਨ ਸਾਡਾ ਸਿੱਖ ਚੈਨਲ ਨਾਲ ਵੀ ਲਿੰਕ ਹੋਇਆ। ਮੈਨੂੰ ਖੁਸ਼ੀ ਹੈ ਪਿਛਲੇ ਸਾਲ ਅਪ੍ਰੈਲ ਜਦੋਂ ਹਰਜੀਤ ਸੱਜਣ ਜੀ ਆਏ ਸੀ ਇੱਥੇ ਤੇ ਮੈਂ ਤੁਹਾਨੂੰ ਉੱਥੇ ਮਿਲਿਆ ਦਰਬਾਰ ਸਾਹਿਬ ਤੇ ਮਿਲ ਕੇ ਤੁਹਾਡੇ ਨਾਲ ਗੱਲਬਾਤ ਹੋਈ ਤੇ ਖੁਸ਼ੀ ਹੈ ਕਿ ਤੁਸੀਂ ਸਾਨੂੰ 1 ਸਾਲ ਹੋ ਗਿਆ ਪੂਰੀ ਸਪੋਰਟ, ਕੋਈ ਵੀ ਸਾਡੀ ਨਿਊਜ਼ ਹੋਵੇ ਕੁਝ ਹੋਵੇ ਸਿੱਖ ਚੈਨਲ ਤੇ ਹਮੇਸ਼ਾ 에ਅਰਪੋਰਟ ਨੂੰ ਕਵਰੇਜ ਹੋਈ ਮਿਲੀ ਹੈ ਤੇ ਇਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਲੱਖਾਂ ਦੀ ਤਾਦਾਦ ਵਿੱਚ ਇੱਥੋਂ ਯਾਤਰੀ ਜਾ ਰਹੇ ਨੇ। ਸੋ ਇਹ ਸਾਰਾ ਤਰੀਕਾ 에ਅਰਪੋਰਟ ਦਾ ਜਦੋਂ ਹਾਈ ਕੋਰਟ 'ਚ ਗਏ ਤੇ ਉੱਥੋਂ ਇਹ ਕੰਮ ਸ਼ੁਰੂ ਹੋਇਆ। ਬਿਲਕੁਲ ਸੇਵਾ ਤੁਸੀਂ ਕਰ ਰਹੇ ਹੋ ਤੇ ਸੇਵਾ ਹੀ ਸਿੱਖ ਚੈਨਲ ਜਿਹੜਾ ਉਹ ਕਰ ਰਿਹਾ ਆ, ਇਸੇ ਕਰਕੇ ਹੀ ਜੋ ਕੁਝ ਤੁਸੀਂ ਸੇਵਾ ਕਰਦੇ ਤੁਹਾਡਾ ਸਾਥ ਜਿਹੜਾ ਸਿੱਖ ਚੈਨਲ ਦੇ ਰਿਹਾ। ਹਾਈ ਕੋਰਟ ਦੀ ਗੱਲ ਤੁਸੀਂ ਕਰ ਰਹੇ ਆ, ਹਾਈ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਚੀਜ਼ ਦੇ ਉੱਤੇ ਕੇਂਦਰਿਤ ਹੈ ਜਾਂ ਨਾਲ ਫਿਰ ਫਲਾਈਟਾਂ ਜਿਹੜੀਆਂ ਆ ਉਹ ਵੀ ਲਿਆਉਣ ਦਾ ਕੰਮ ਜਿਹੜਾ ਜਾਰੀ ਰਿਹਾ? ਹਾਂਜੀ, ਜਿਹੜਾ ਹਾਈ ਕੋਰਟ ਦਾ ਸੀਗਾ ਉਹ ਜਿਹੜਾ ਫੋਕਸ ਹੋ ਰਿਹਾ ਸੀ ਉਹ ਬਹੁਤਾ ਜਾ ਰਿਹਾ ਸੀ 에ਅਰ ਇੰਡੀਆ ਵੱਲ ਕਿ ਬਰਮਿੰਘਮ ਜਿਹੜੀ ਉਡਾਨ ਦਿੱਲੀੋਂ ਜਾਂਦੀ ਆ ਤੇ ਉਹਨੂੰ ਅੰਮ੍ਰਿਤਸਰ ਤੋਂ ਸਿੱਧਾ ਕੀਤਾ ਜਾਵੇ। ਤੇ ਪਰ ਸਾਨੂੰ ਇਹ ਬ੍ਰੇਕ ਥਰੂ ਮਿਲਿਆ ਕਿ ਅਸੀਂ ਹਾਈ ਕੋਰਟ ਦੇ ਥਰੂ ਸਾਨੂੰ 에ਅਰਲਾਈਨਸ ਦੇ ਜਿਹੜੇ ਕੰਟੈਕਟ ਨੇ ਉਹ ਕਾਫੀ ਮਿਲੇ। ਮੈਂ ਡੇਟਾ ਸਾਰਾ ਤਿਆਰ ਕੀਤਾ ਸੀ, ਪ੍ਰੈਜੈਂਟੇਸ਼ਨਾਂ ਤਿਆਰ ਕੀਤੀਆਂ ਪ੍ਰਾਈਵੇਟ 에ਅਰਲਾਈਨਸ ਲਈ, ਕਿਉਂਕਿ ਅਸੀਂ ਪ੍ਰਾਈਵੇਟ 에ਅਰਲਾਈਨ ਨੂੰ ਫੋਰਸ ਨਹੀਂ ਕਰ ਸਕਦੇ, ਉਹ ਵੀ ਆਪਣੇ ਉਹਨਾਂ ਨੇ ਵਾਇਬਿਲਿਟੀ ਵੇਖਣੀ ਹੁੰਦੀ ਕਿ ਫਲਾਈਟ ਚੱਲ ਸਕਦੀ ਕਿ ਨਹੀਂ ਚੱਲ ਸਕਦੀ। ਉਹਦੇ ਲਈ ਪੂਰਾ ਇੱਕ ਫਿਰ ਕਿਤਾਬਚਾ ਤਿਆਰ ਕੀਤਾ ਮੈਂ, ਤੇ ਉਹ ਕਿਤਾਬਚਾ ਤਿਆਰ ਕਰਕੇ ਫਿਰ ਮੈਂ ਉੱਥੋਂ ਪਿਛਲੇ ਸਾਲ ਜੁਲਾਈ ਅਗਸਤ ਵਿੱਚ ਫਿਰ ਮੈਂ 에ਅਰਲਾਈਨਸ ਜਿਹੜੇ ਦਿੱਲੀ ਵੱਖੋ ਵੱਖਰੇ ਥਾਵਾਂ 'ਤੇ ਜਿਹੜੇ ਉਹਨਾਂ ਦੇ ਨੈਟਵਰਕ ਮੈਨੇਜਰ ਨੇ ਜਿਹੜੇ ਫਲਾਈਟ ਐਕਸਪੈਂਡ ਕਰਦੇ ਨੇ ਆਪਣੇ 에ਅਰਲਾਈਨਸ ਨੂੰ, ਉਹਨਾਂ ਨੂੰ ਫਿਰ ਮੈਂ ਵਿਦੇਸ਼ਾਂ ਤੋਂ ਕਾਲਾਂ ਕਰਨੀਆਂ ਸ਼ੁਰੂ ਕੀਤੀਆਂ। ਤੇ ਜਦੋਂ ਉਹਨਾਂ ਨੂੰ ਕਾਲਾਂ ਕੀਤੀਆਂ, ਉਹਨਾਂ ਨੂੰ ਡੇਟਾ ਭੇਜਿਆ, ਪ੍ਰੈਜੈਂਟੇਸ਼ਨ ਦਿੱਤੀ, ਸਾਰਾ ਦੱਸਿਆ ਉਹਨਾਂ ਨੂੰ, ਤੇ ਫਿਰ ਇੱਕ ਤਰ੍ਹਾਂ ਦਾ ਰਾਬਤਾ ਸ਼ੁਰੂ ਹੋ ਗਿਆ ਉਹਨਾਂ ਦੇ ਨਾਲ, ਕਿਉਂਕਿ ਮੈਂ ਕੋਈ ਏਵੀਏਸ਼ਨ ਦਾ ਐਕਸਪਰਟ ਨਹੀਂ ਸੀ ਪਰ ਸਟੱਡੀ ਕੀਤਾ ਤੇ ਉਹ ਕਰਦੇ ਕਰਦੇ ਫਿਰ ਉਹਨਾਂ ਨਾਲ ਸਾਰੀ ਗੱਲਬਾਤ ਸ਼ੁਰੂ ਹੋਈ। ਤੇ ਇਸੇ ਤਰ੍ਹਾਂ ਥੋੜ੍ਹੇ ਹੋਰ ਅਸੀਂ ਆਪਣਾ ਪੇਜ ਅੰਮ੍ਰਿਤਸਰ 에ਅਰਪੋਰਟ ਕਨੈਕਟਿੰਗ ਦਾ ਵਰਲਡ ਫੇਸਬੁੱਕ ਤੇ ਸ਼ੁਰੂ ਕੀਤਾ, ਫਿਰ ਟਵਿੱਟਰ ਤੇ ਆਏ ਤੇ ਇਸ ਤਰ੍ਹਾਂ ਫਿਰ ਪਤਾ ਲੱਗਾ ਕਿ ਕੀ ਰੀਜ਼ਨ ਹੈ ਕਿ ਐਮੀਰੇਟਸ ਵਰਗੀਆਂ, ਇਤਿਹਾਦ ਵਰਗੀਆਂ, ਟਰਕਿਸ਼ ਏਅਰਵੇਜ਼ ਵਰਗੀਆਂ ਜਿਹੜੀਆਂ ਉਡਾਨਾਂ ਬਾਕੀ ਸਾਰੇ ਜਾ ਰਹੀਆਂ ਨੇ, ਅੰਮ੍ਰਿਤਸਰ ਕਿਉਂ ਨਹੀਂ ਆ ਰਹੀਆਂ। ਉਹ ਫਿਰ ਸਟੱਡੀ ਕਰਦੇ ਕਰਦੇ ਸਮਝ ਆਈ ਕਿ ਇੱਕ ਹਵਾਈ ਸਮਝੌਤੇ ਵੀ ਕੋਈ ਚੀਜ਼ ਹੁੰਦੇ ਨੇ। ਜਿਹੜੇ ਹਵਾਈ ਸਮਝੌਤੇ ਲਿਖੇ ਗਏ 2010-11 ਵਿੱਚ ਜਦੋਂ ਵੀ ਕੀਤੇ ਗਏ ਇਹਨਾਂ 에ਅਰਲਾਈਨਾਂ ਨਾਲ, ਉਹ 'ਚ ਅਹਿਮਦਾਬਾਦ, ਗੋਆ ਬੜੇ 에ਅਰਪੋਰਟ ਸ਼ਾਮਲ ਕੀਤੇ ਗਏ, ਪਰ ਅੰਮ੍ਰਿਤਸਰ ਦਾ ਹਵਾਈ ਅੱਡਾ ਉਹ 'ਚ ਸ਼ਾਮਲ ਨਹੀਂ ਸੀਗਾ। ਸੋ ਹੁਣ ਇਸ ਵੇਲੇ ਹਵਾਈ ਸਮਝੌਤੇ ਜੋ ਸਰਕਾਰਾਂ ਬੈਠਦੀਆਂ ਫਿਰ ਚੇਂਜ ਹੁੰਦੇ ਨੇ, ਪਰ ਫਿਰ ਇੱਕ ਹੋਰ ਕੇਂਦਰਿਤ ਅਪਰੋਚ ਇਹ ਕੀਤੀ ਗਈ ਕਿ ਜਿਨ੍ਹਾਂ ਕੋਲ ਆਲਰੇਡੀ ਹਵਾਈ ਸਮਝੌਤੇ ਹੈਗੇ ਆ, ਜਿੱਦਾਂ 에ਅਰ ਏਸ਼ੀਆ ਕੋਲ ਹਵਾਈ ਸਮਝੌਤੇ ਹੈਗੇ ਆ, ਹੋਰ ਜਿਹੜੇ ਰਸ਼ੀਅਨ ਕੈਰੀਅਰ ਆ ਉਹਨਾਂ ਕੋਲ ਵੀ ਹੈਗੇ ਆ, ਉਹਨਾਂ ਨਾਲ ਅਪਰੋਚ ਕੀਤੀ ਤੇ ਉਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਗਈ। ਫਿਰ
ਤੁਸੀਂ ਦੱਸਿਆ ਕਿ ਤੁਸੀਂ ਜਿਹੜੀ ਗੱਲਬਾਤ ਕਰਦੇ ਰਹੇ, ਨਾਲ ਆਪ ਵੀ ਸਟੱਡੀ ਕਰਦੇ ਰਹੇ, ਇੱਥੇ ਵੀ ਤੁਸੀਂ ਰਾਬਤਾ ਰੱਖਿਆ। ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ, ਸਮੇਂ ਦੀ ਬੜੀ ਤਬਦੀਲੀ, 10 ਘੰਟੇ ਦਾ ਲਗਭਗ ਜਿਹੜਾ ਫਰਕ ਆ ਉਹ ਵੀ ਹੈਗਾ ਆ। ਫਿਰ ਕਿਵੇਂ ਸਾਰਾ ਇਹ ਚੀਜ਼ ਜਿਹੜੀ ਆ ਤੁਸੀਂ ਮੈਨੇਜ ਕੀਤੀ? ਉਹ ਜੀ ਇਸ ਤਰ੍ਹਾਂ ਹੀ ਬਸ ਮੈਂ ਕਹਾਂਗਾ ਕਿ ਇਹ ਜਦੋਂ ਤੁਸੀਂ ਕੋਈ ਸੇਵਾ ਵੱਲ ਤੁਰੋ ਤੇ ਵਾਹਿਗੁਰੂ ਦੀ ਬਖਸ਼ਿਸ਼ ਆਪਣੇ ਆਪ ਹੁੰਦੀ ਹੈ। ਤੇ ਇਸੇ ਬਖਸ਼ਿਸ਼ ਨਾਲ ਮੈਂ ਕਹਾਂਗਾ ਕਿ ਇਹ ਦਿਨ ਵੇਲੇ ਮੈਂ ਆਬਵੀਅਸਲੀ ਜੌਬ ਤੇ ਜਾਣਾ ਹੈ ਤੇ ਫੈਮਿਲੀ ਵੀ ਦੇਖੀ ਦੀ ਹੈ, ਪਰ ਰਾਤ ਵੇਲੇ ਫਿਰ ਮੈਂ ਸ਼ਾਮ ਨੂੰ ਜਦੋਂ ਕੋਈ ਕਿਤੇ ਦਿਨ ਚੜ੍ਹਦਾ ਹੈ ਫਿਰ ਉਸ ਵੇਲੇ ਉਹਨਾਂ ਨੂੰ ਕਾਲ ਕਰਦੇ ਸੀ, ਤੁਹਾਡੇ ਨਾਲ ਵੀ ਗੱਲਬਾਤ ਹੋਣੀ ਤੇ ਉਹਨਾਂ ਨੂੰ ਕਾਲ ਕਰਨੀ। ਫਿਰ ਇਸ ਵੇਲੇ ਰਾਤੀ ਤਕਰੀਬਨ 2-3 ਵਜੇ ਤੱਕ ਫਿਰ ਬੈਠ ਕੇ ਫਿਰ ਜਦੋਂ ਵੀ ਰਾਤ ਨੂੰ ਸਮਾਂ ਮਿਲਦਾ ਹੈ ਤੇ ਇਸ ਤਰ੍ਹਾਂ ਫਿਰ ਅਸੀਂ ਗੱਲਬਾਤ ਕਰਦੇ ਰਹੇ, ਡੇਟਾ ਇਕੱਠਾ ਕੀਤਾ। ਤੇ ਬਹੁਤ ਬਖਸ਼ਿਸ਼ ਹੈ ਕਿ ਗੁਰੂ ਰਾਮਦਾਸ ਨੇ ਵੀ ਇਹ ਮਤਲਬ ਕਿ ਇਹ ਬਲ ਬਖਸ਼ਿਆ ਕਿ ਇਸੇ ਤਰ੍ਹਾਂ ਸੇਵਾ ਕਰਦੇ ਰਹੀਏ। ਤੇ ਮੈਂ ਕਹਾਂਗਾ ਪਿਛਲੇ ਸਾਲ ਵੀ ਮੈਂ ਅਪ੍ਰੈਲ 'ਚ ਆਇਆ ਜਦੋਂ ਤੁਹਾਨੂੰ ਮੇਲ ਹੋਇਆ, ਤੇ ਖੁਸ਼ੀ ਹੈ ਕਿ ਇੱਥੋਂ ਦੇ ਹੁਣ ਪੰਜਾਬ ਟੂਰਿਜ਼ਮ ਮਿਨਿਸਟਰ ਨਵਜੋਤ ਸਿੰਘ ਸਿੱਧੂ ਨਾਲ ਮੈਂ ਭੁੱਲ ਗਿਆ ਪਹਿਲਾਂ ਕਹਿਣਾ, ਉਹਨਾਂ ਨਾਲ ਵੀ ਰਾਬਤਾ ਹੋਇਆ। ਉਹਨਾਂ ਨੇ ਵੀ ਚੰਡੀਗੜ੍ਹ ਸੱਦ ਕੇ ਪੂਰਾ ਉਹਨਾਂ ਨੇ ਕਿਹਾ ਕਿ ਮੇਰਾ ਪੂਰਾ ਸਹਿਯੋਗ ਤੁਹਾਨੂੰ ਮਿਲੇਗਾ। ਸੋ ਖੁਸ਼ੀ ਵਾਲੀ ਗੱਲ ਹੈ, ਕੋਈ ਪਾਰਟੀ ਹੋ ਜਾਏ ਭਾਵੇਂ, ਤੇ ਉਹਨਾਂ ਨੇ ਸਾਰਿਆਂ ਨੇ ਕਿਹਾ ਕਿ ਅਸੀਂ ਤੁਹਾਨੂੰ ਪੂਰੀ ਸਪੋਰਟ ਕਰਾਂਗੇ। ਸੋ ਇਸ ਤਰ੍ਹਾਂ ਬਸ ਇਹ ਮੈਨੇਜ ਹੋ ਰਿਹਾ ਜੀ ਸਾਰਾ ਕੁਝ। ਬਰਮਿੰਘਮ ਉਡਾਨ ਜਿਹੜੀ ਸ਼ੁਰੂ ਹੋਈ 2017 ਦੇ ਵਿੱਚ, ਫਰਵਰੀ ਦੇ ਵਿੱਚ, ਬਾਅਦ ਦੇ ਵਿੱਚ ਉਹ ਸ਼ੁਰੂ ਹੋਈ ਜਿਹੜੀ ਆ, ਉਹ ਉਸ ਸੰਬੰਧ ਦੇ ਵਿੱਚ ਕਿਹਦਾ ਸਾਥ ਜਿਹੜਾ ਆ ਉਹ ਰਿਹਾ? ਹਾਂਜੀ, ਇਹ ਬਰਮਿੰਘਮ ਉਡਾਨ ਜੀ ਪਿਛਲੇ ਸਾਲ ਨਵੰਬਰ ਵਿੱਚ 에ਅਰ ਇੰਡੀਆ ਨੇ ਅਨਾਉਂਸ ਕੀਤਾ ਕਿ ਇਹ ਉਡਾਨ ਅਗਲੇ ਸਾਲ ਸ਼ੁਰੂ ਹੋਏਗੀ, ਪਰ ਉਹਨਾਂ ਨੇ ਡੇਟ ਨਹੀਂ ਦਿੱਤੀ। ਪਰ ਜਿੱਦਾਂ ਮੈਂ ਕਿਹਾ, ਬੜੀ ਖੁਸ਼ੀ ਵਾਲੀ ਗੱਲ ਹੈ ਕਿ ਆਪਣੇ ਅੰਮ੍ਰਿਤਸਰ ਤੋਂ ਦੋਵੇਂ ਮੈਂਬਰ ਪਾਰਲੀਮੈਂਟ ਨੇ ਰੇਜ਼ ਕੀਤੀ। ਪਰ ਮੈਂ ਕਹਾਂਗਾ ਕਿ ਬੜੀ ਖੁਸ਼ੀ ਹੈ ਕਿ ਪਿਛਲੇ ਸਾਲ ਅਗਸਤ ਵਿੱਚ ਜਿਹੜੇ ਪਹਿਲੇ ਦਸਤਾਰਧਾਰੀ ਸਿੱਖ ਐਮਪੀ ਅਸੀਂ ਕਹਿੰਦੇ ਯੂਰਪ ਦੇ, ਸਰਦਾਰ ਤਨਮਨਜੀਤ ਸਿੰਘ ਢੇਸੀ ਜੀ, ਉਹ ਨਿਯੁਕਤ ਹੋਏ ਤੇ ਅਗਸਤ ਵਿੱਚ ਉਹ ਅੰਮ੍ਰਿਤਸਰ ਆਏ, ਮੱਥਾ ਟੇਕਣ ਆਏ। ਤੇ ਮੈਂ ਫੇਸਬੁੱਕ ਤੇ ਟਵਿੱਟਰ ਤੇ ਉਹਨਾਂ ਦੀ ਪੋਸਟ ਪੜ੍ਹੀ ਕਿ ਮੈਂ ਅੰਮ੍ਰਿਤਸਰ ਆ ਰਿਹਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਅੰਮ੍ਰਿਤਸਰ ਨੂੰ ਸਿੱਧਾ ਜੋੜਿਆ ਜਾਵੇ, ਕਿਉਂਕਿ ਉਹ ਸਲਾਹ ਦੇ ਮੈਂਬਰ ਪਾਰਲੀਮੈਂਟ ਨੇ ਜੋ ਕਿ ਲੰਡਨ 에ਅਰਪੋਰਟ ਦੇ ਲਾਗੇ ਆ। ਤੇ ਉਹਨਾਂ ਨਾਲ ਫਿਰ ਮੈਂ ਫੇਸਬੁੱਕ ਤੇ ਰਾਬਤਾ ਕੀਤਾ, ਮੈਸੇਜ ਕੀਤੇ ਕਿ ਦੇਖੋ ਜੀ ਇਸ ਤਰ੍ਹਾਂ ਇਹ ਦਿੱਕਤਾਂ ਹੈਗੀਆਂ, ਅਸੀਂ ਕੇਸ ਵੀ ਕੀਤਾ ਹੈ। ਤੇ ਖੁਸ਼ੀ ਹੋਈ, ਉਹਨਾਂ ਨੇ ਉਹ ਮਿਲੇ ਆ ਗਏ, ਜੈਨ ਸਿਨਹਾ ਜੀ ਨੂੰ ਬੜਾ ਮਿਲੇ, ਸਾਰਿਆਂ ਨੂੰ, ਸੀਐਮ ਸਾਹਿਬ ਨੂੰ ਵੀ ਮਿਲੇ, ਤੇ ਉਹ ਬੜੀ ਵੱਡੀ ਸਪੋਰਟ ਹੋਈ। ਫਿਰ ਸ਼ਵੇਤ ਮਲਿਕ ਜੀ ਨੂੰ ਮਿਲੇ, ਵਿਜੇ ਸਾਂਪਲਾ ਜੀ ਨੂੰ ਮਿਲੇ ਤੇ ਉਹਨਾਂ ਨੂੰ ਨਾਲ ਲੈ ਕੇ ਗਏ। ਫਿਰ ਨਾਲ ਦੀ ਨਾਲ ਸਾਡੇ ਪਹਿਲੇ ਸਿੱਖ ਵੂਮਨ ਐਮਪੀ ਪ੍ਰੀਤ ਕੌਰ ਗਿੱਲ ਜੀ, ਉਹ ਵੀ, ਉਹਨਾਂ ਨੇ ਵੀ ਬਰਮਿੰਘਮ ਤੋਂ ਐਮਪੀ ਨੇ, ਉਹਨਾਂ ਨੇ ਵੀ ਸਰਕਾਰ ਨਾਲ ਫਿਰ ਗੱਲਬਾਤ ਕੀਤੀ, ਲੈਟਰ ਲਿਖੀ ਇੰਡੀਅਨ ਹਾਈ ਕਮਿਸ਼ਨ ਨੂੰ, ਉਹ ਫਿਰ ਉਹਨਾਂ ਦਾ ਸਾਥ ਮਿਲਿਆ। ਫਿਰ ਮੈਨੂੰ ਉੱਥੇ ਇੱਕ ਸੰਸਥਾ ਹੈ ਸਮਾਜ ਸੇਵੀ ਸੇਵਾ ਟਰੱਸਟ ਯੂਕੇ, ਉਹ ਪੰਜਾਬ ਵਿੱਚ ਬਹੁਤ ਕੰਮ ਕਰਦੇ ਨੇ, ਉਹਨਾਂ ਦੇ ਚੇਅਰਮੈਨ ਨੇ ਸਰਦਾਰ ਚਰਨ ਕੰਵਲ ਸਿੰਘ ਸੇਖੋਂ, ਉਹਨਾਂ ਨਾਲ ਫਿਰ ਰਾਬਤਾ ਹੋਇਆ। ਉਹ ਕਹਿੰਦੇ ਅਸੀਂ ਯੂਕੇ ਤੋਂ ਵੀ ਕੋਈ ਕੰਮ ਕਰੀਏ ਇਸ ਤਰ੍ਹਾਂ। ਫਿਰ ਇਸ ਤਰ੍ਹਾਂ ਸਾਰੇ ਹੋਰ ਲੋਕ ਜੁੜਦੇ ਰਹੇ। ਤੇ ਨਵੰਬਰ ਵਿੱਚ ਪਿਛਲੇ ਸਾਲ ਫਿਰ ਮੇਰਾ 에ਅਰ ਏਸ਼ੀਆ ਐਕਸ, ਜੋ ਕਿ ਦੁਨੀਆ ਦੀ ਸਭ ਤੋਂ ਘੱਟ ਗਿਣਤੀ ਵਾਲੀ 에ਅਰਲਾਈਨ ਹੈ, ਉਹਨਾਂ ਨਾਲ ਜਿਹੜਾ ਉਹਨਾਂ ਦਾ ਇੰਡੀਆ ਜਿਹੜੇ ਮੈਨੇਜਰ ਨੇ, ਉਹਨਾਂ ਨਾਲ ਰਾਬਤਾ ਹੋਇਆ, ਸ੍ਰੀ ਸੁਰੇਸ਼ ਨਾਇਰ ਜੀ। ਤੇ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਦੇਖੋ ਜੀ ਗੁਰੂ ਕੀ ਨਗਰੀ ਹੈ, ਗੁਰੂ ਰਾਮਦਾਸ ਪਾਤਸ਼ਾਹ ਦੀ। ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਵੀ ਬਹੁਤ ਹੀ, ਉਹ ਕੇਰਲਾ ਤੋਂ ਨੇ, ਬਹੁਤ ਹੀ ਡਿਵੋਟੀ ਨੇ, ਇੱਥੇ ਆ ਕੇ ਉਹ ਮੱਥਾ ਟੇਕਦੇ ਰਹੇ ਨੇ। ਤੇ ਉਹਨਾਂ ਨੇ ਕਿਹਾ ਕਿ ਉਹ ਆਪਣੀ ਮੈਨੇਜਮੈਂਟ ਨਾਲ ਮਲੇਸ਼ੀਆ ਗੱਲ ਕਰਨਗੇ। ਸੋ ਇਸ ਤਰ੍ਹਾਂ ਫਿਰ ਹੋਰ ਦੀ ਹੋਰ ਕਾਫੀ ਲੋਕੀ ਜੁੜਦੇ ਰਹੇ। ਤੇ ਬਸ ਇਸ ਤਰ੍ਹਾਂ ਫਿਰ 에ਅਰ ਏਸ਼ੀਆ ਨਾਲ ਜਦੋਂ ਸਾਡੀ ਗੱਲਬਾਤ ਹੋ ਕੇ, ਤੇ ਉਹਨਾਂ ਨੇ ਫਿਰ ਸਾਨੂੰ ਜਨਵਰੀ ਵਿੱਚ ਸਾਨੂੰ ਇਹ ਦੱਸਿਆ ਕਿ ਅਸੀਂ ਅੰਮ੍ਰਿਤਸਰ ਤੋਂ ਫਲਾਈਟਾਂ ਸ਼ੁਰੂ ਕਰਨ ਦਾ ਪਲਾਨ ਕਰ ਰਹੇ ਹਾਂ। ਤੇ ਫਿਰ ਅਸੀਂ ਗੱਲਬਾਤ ਕੀਤੀ, ਅਸੀਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਅਸੀਂ ਕੁਝ, ਜੇ ਕਿਉਂਕਿ ਟੂਰਿਜ਼ਮ ਕੁਆਲਾਲੰਪੁਰ ਤੋਂ ਬਹੁਤ ਟੂਰਿਜ਼ਮ ਆਉਂਦਾ ਜੀ, ਸਿੰਗਾਪੁਰ ਤੋਂ, ਤੇ ਕਿਸੇ ਤਰ੍ਹਾਂ ਟੂਰਿਜ਼ਮ ਨੂੰ ਪ੍ਰਮੋਟ ਕੀਤਾ ਜਾਵੇ। ਤੇ ਜਨਵਰੀ ਵਿੱਚ ਫਿਰ ਮੈਂ ਪਿਛਲੇ ਸਾਲ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੇ ਪੰਜਾਬ ਟੂਰਿਜ਼ਮ ਮਿਨਿਸਟਰ ਨੇ, ਉਹਨਾਂ ਦੇ ਫਿਰ ਸੈਕਟਰੀ ਸਾਹਿਬ ਨਾਲ ਅਸੀਂ ਚੰਡੀਗੜ੍ਹ, ਮੈਂ ਅਮਰੀਕਾ ਤੋਂ ਕਾਲ ਕੀਤੀ ਜੀ ਉਹਨਾਂ ਨੂੰ ਮੈਂ, ਤੇ ਬਹੁਤ ਹੀ ਵਧੀਆ ਉਹਨਾਂ ਨੇ, ਸ਼੍ਰੀ ਵਿਕਾਸ ਪ੍ਰਤਾਪ ਜੀ, ਉਹਨਾਂ ਨੇ ਸੈਕਟਰੀ ਨੇ ਮੈਨੂੰ ਕਾਲ ਬੈਕ ਕਰਕੇ ਸਾਰੀ ਅਸੀਂ ਇੱਕ ਮੀਟਿੰਗ ਸੈੱਟ ਕੀਤੀ ਪੰਜਾਬ ਸਰਕਾਰ ਨਾਲ। ਤੇ ਤੁਸੀਂ ਜਾਣੋ ਜੇ ਕਿ ਪਿਛਲੇ ਸਾਲ ਫਰਵਰੀ 'ਚ, ਇਸ ਸਾਲ ਫਰਵਰੀ 'ਚ 에ਅਰ ਏਸ਼ੀਆ ਐਕਸ ਦੀ ਮੀਟਿੰਗ ਹੋਈ ਇੱਥੇ ਪੰਜਾਬ ਟੂਰਿਜ਼ਮ ਵੱਲੋਂ, ਤੇ ਐਮਪੀ ਔਜਲਾ ਸਾਹਿਬ ਜੀ ਨੇ ਪੂਰਾ ਸਾਥ ਦਿੱਤਾ, ਨਾਲ ਪੂਰੀ ਸਪੋਰਟ ਹੋਈ। ਤੇ ਉਹ ਫਲਾਈਟ ਤੁਹਾਨੂੰ ਪਤਾ ਮਈ ਵਿੱਚ ਫਿਰ ਅਨਾਉਂਸਮੈਂਟ ਹੋਈ ਫਲਾਈਟ ਦੀ। ਤੇ ਫਲਾਈਟ ਜਦੋਂ ਫਰਵਰੀ 'ਚ ਮੀਟਿੰਗ ਹੋਣੀ ਸੀ, ਮੈਨੂੰ ਖੁਸ਼ੀ ਹੈ ਕਿ ਅੰਮ੍ਰਿਤਸਰ ਤੋਂ ਇੱਕ ਹੋਰ ਸਾਡੇ ਇਸ ਵੇਲੇ ਕੋ ਕਨਵੀਨਰ ਨੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ, ਤੁਸੀਂ ਉਹਨਾਂ ਦੀ ਇੰਟਰਵਿਊ ਵੀ ਕੀਤੀ ਸੀ 3-4 ਮਹੀਨੇ ਪਹਿਲਾਂ, ਸ਼੍ਰੀ ਯੋਗੇਸ਼ ਕਾਮਰਾ ਜੀ, ਬਹੁਤ ਹੀ ਜਾਣਕਾਰ ਐਵੀਏਸ਼ਨ ਦੇ ਐਕਸਪਰਟ ਵੀ ਨੇ, ਪਰ ਉਹਨਾਂ ਦਾ ਵੀ ਕਿੱਤਾ ਹੋਰ ਹੈ, ਪਰ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਸਮਝ ਲਓ ਕਿ ਸੇਵਾ ਭਾਵਨਾ ਨਾਲ ਉਹ ਮੇਰੇ ਨਾਲ ਜੁੜੇ। ਤੇ ਅਸੀਂ, ਸਾਡੀ ਇੱਕ ਪੂਰੀ ਟੀਮ ਬਣ ਗਈ ਜੀ ਇੱਕ ਤਰ੍ਹਾਂ ਨਾਲ। ਹੁਣ ਸਾਡੇ ਕੋਲ ਇੱਕ ਟਾਸਕ ਫੋਰਸ ਹੈਗੀ ਹੈ ਜੋ ਕਿ ਪੂਰਾ ਹਮੇਸ਼ਾ ਵੇਖਦੀ ਰਹਿੰਦੀ ਕਿੰਨੀਆਂ ਸਵਾਰੀਆਂ ਜਾ ਰਹੀਆਂ ਨੇ, ਕਿਹੜੀ ਫਲਾਈਟ ਕੈਂਸਲ ਹੋਈ ਹੈ। ਸੋ ਇਸ ਤਰ੍ਹਾਂ ਇੱਕ ਟੀਮ ਬਣਦੀ ਰਹੀ। ਇਹ ਮੈਂ ਫਿਰ ਅਗੇਨ, ਇਹ ਮੈਂ ਨਹੀਂ ਕਰਾ ਰਿਹਾ ਜੀ, ਇਹ ਸਭ ਉੱਪਰ ਵਾਲੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੋ ਰਿਹਾ ਹੈ, ਜੋ ਸੇਵਾ ਉਹਨਾਂ ਨੇ ਦਿੱਤੀ ਹੈ। ਤੇ ਇਸ ਤਰ੍ਹਾਂ ਸਾਡੀ ਇੱਕ ਸਾਂਝੀ ਇੱਕ ਟੀਮ ਬਣ ਗਈ ਜੀ। ਜਿਵੇਂ ਗੱਲ ਕਰੀਏ ਯਾਤਰੂਆਂ ਦੀ, ਵੱਡੀ ਗਿਣਤੀ ਦੇ ਵਿੱਚ ਯਾਤਰੂ ਜਿਹੜੇ ਆ ਉਹ ਭਾਰਤ ਦੀ ਗੱਲ ਕਰੀਏ ਤਾਂ ਉੱਥੋਂ ਵੀ ਆਉਂਦੇ ਆ,
ਤੇ ਬਾਹਰੋਂ ਵੀ ਆਉਂਦੇ ਆ ਤੇ ਅੰਮ੍ਰਿਤਸਰ ਖਾਸ ਡੈਸਟੀਨੇਸ਼ਨ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰਾ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ 43.7% ਜਿਹੜਾ ਆ ਉਹ ਲਗਭਗ 2 ਲੱਖ ਦੇ ਕਰੀਬ ਆ ਉਸ ਦੇ ਨਾਲ ਕੀ ਫਾਇਦਾ ਜਿਹੜਾ ਹੋਰ ਮਿਲਿਆ? ਹਾਂਜੀ, ਇਹ ਜੀ ਬੜਾ ਇੰਟਰਸਟਿੰਗ ਗੱਲ ਹੈ ਕਿ ਜਦੋਂ ਮੈਂ ਡੇਟਾ ਇਕੱਠਾ ਕੀਤਾ ਤੇ 에ਅਰਪੋਰਟ ਅਥਾਰਟੀ ਵੱਲੋਂ ਹਰ ਮਹੀਨੇ ਡੇਟਾ ਰਿਲੀਜ਼ ਕੀਤਾ ਜਾਂਦਾ ਹੈ ਕਿ ਪਿਛਲੇ ਮਹੀਨੇ ਕਿੰਨੀਆਂ ਸਵਾਰੀਆਂ ਕਿਹੜੇ 에ਅਰਪੋਰਟ ਆਈਆਂ। ਫਿਰ ਮੈਂ ਪਿਛਲੇ ਸਾਲ ਅਕਤੂਬਰ ਵਿੱਚ ਜਦੋਂ ਦੇਖਿਆ ਕਿ ਅੰਮ੍ਰਿਤਸਰ ਹਵਾਈ ਅੱਡਾ, ਕਿਉਂਕਿ ਪਿਛਲੇ ਸਾਲ ਉਡਾਨਾਂ ਸ਼ੁਰੂ ਹੋ ਗਈਆਂ, ਕਾਫੀ ਦਿੱਲੀ ਨੂੰ ਉਡਾਨਾਂ ਸ਼ੁਰੂ ਹੋਈਆਂ ਤੇ ਪਹਿਲੀ ਵਾਰ ਹਿਸਟਰੀ ਵਿੱਚ 2 ਲੱਖ ਤੋਂ ਵੱਧ ਸਵਾਰੀ ਇੱਥੇ ਆ ਜਾ ਰਹੀ ਸੀ ਇੰਟਰਨੈਸ਼ਨਲ ਡੋਮੈਸਟਿਕ। ਤੇ ਕਦੀ ਵੀ ਮੀਡੀਆ ਵਿੱਚ ਮੈਂ ਦੇਖਿਆ ਨਹੀਂ ਕਿ ਇੰਨਾ ਕਵਰੇਜ ਹੋ ਰਹੀ ਹੋਵੇ ਕਿ ਕਿੰਨੀਆਂ ਸਵਾਰੀਆਂ ਆ ਜਾ ਰਹੀਆਂ। ਸੋ ਇਸੇ ਸਟੱਡੀ ਕਰਦੇ ਹੋਏ ਫਿਰ ਮੈਂ ਥੋੜ੍ਹਾ ਜਿਹਾ ਅਖਬਾਰਾਂ ਨਾਲ ਆਪਣੇ ਸਾਰੇ ਜਿਹੜੇ ਸਾਡੇ ਪੱਤਰਕਾਰ ਮਿੱਤਰ ਨੇ ਸਾਰੇ ਜਿਨ੍ਹਾਂ ਨੇ ਉਹਨਾਂ ਨੇ ਸਪੋਰਟ ਦਿੱਤੀ, ਫਿਰ ਮੈਂ ਉਹਨਾਂ ਨੂੰ ਲਿਖਿਆ, ਇਸ ਤਰ੍ਹਾਂ ਆਰਟੀਕਲ ਲਿਖਣੇ ਸ਼ੁਰੂ ਕੀਤੇ, ਨਿਊਜ਼ ਉਹਨਾਂ ਨਾਲ ਸ਼ੇਅਰ ਕੀਤੀ ਤੇ ਪੂਰਾ ਸਾਥ ਮੀਡੀਆ ਦਾ ਤੇ ਸਿੱਖ ਚੈਨਲ ਦਾ ਸਾਥ ਤੁਸੀਂ ਹਰ ਮਹੀਨੇ ਫਿਰ ਦੱਸਣਾ ਕਿ ਕਿੰਨੇ ਯਾਤਰੀ ਆਏ ਨੇ। ਤੇ ਉਹ ਫਿਰ ਇੱਕ ਤਰ੍ਹਾਂ ਦਾ ਸ਼ੁਰੂ ਹੋ ਗਿਆ ਤਾਂ ਜੋ ਸਾਡੇ ਜਿਹੜੇ ਪੋਲੀਟੀਸ਼ੀਅਨਸ ਵੀ ਨੇ, ਰਿਪਰੈਜ਼ੈਂਟੇਟਿਵ ਨੇ, ਲੋਕਾਂ ਨੂੰ ਪਤਾ ਲੱਗੇ ਕਿ ਕਿੰਨੀਆਂ ਸਵਾਰੀਆਂ ਆ ਜਾ ਰਹੀਆਂ, ਵੱਧ ਰਹੀਆਂ। ਤੇ ਮੈਨੂੰ ਖੁਸ਼ੀ ਹੈ ਕਿ ਸਾਰੇ ਮੈਂਬਰ ਪਾਰਲੀਮੈਂਟ ਸਾਡੇ ਦੋਨੋਂ ਜਿਹੜੇ ਹੋ ਗਏ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਵੀ ਆ ਕੇ ਇੱਥੇ ਵਿਜ਼ਿਟ ਕਰਨੀ। ਤੇ ਫਿਰ ਇਸ ਤਰ੍ਹਾਂ ਇਹ ਸਿਲਸਿਲਾ ਸ਼ੁਰੂ ਕੀਤਾ, 4 ਮਹੀਨੇ ਸਿਲਸਿਲਾ ਚੱਲਿਆ ਤੇ ਉਹਦੇ ਨਾਲ ਸਾਨੂੰ ਫਾਇਦਾ ਇਹ ਹੋਇਆ ਕਿ ਜਦੋਂ ਮੈਂ ਇਹ ਸਾਰੀ ਰਿਪੋਰਟਸ 에ਅਰਲਾਈਨਸ ਨੂੰ ਭੇਜਦਾ ਸੀ ਤੇ ਉਹਨਾਂ ਨੂੰ ਵੀ ਇਹ ਫਿਰ ਚੀਜ਼ ਦਾ ਪਤਾ ਲੱਗਣਾ ਸ਼ੁਰੂ ਹੋਇਆ ਕਿ ਅੰਮ੍ਰਿਤਸਰ ਵੀ ਸਵਾਰੀਆਂ ਵੱਧ ਰਹੀਆਂ ਤੇ ਇੱਥੋਂ ਇਹਦਾ ਮਤਲਬ ਇੰਨੀ ਸਵਾਰੀ ਦਿੱਲੀ ਰਾਹੀਂ ਜਾ ਰਹੀ ਹੈ। ਪਿਛਲੇ ਸਾਲ 2017 ਵਿੱਚ 15 ਲੱਖ ਸਵਾਰੀ ਨਾ ਦਿੱਲੀ ਦਿੱਲੀ ਗਈ ਅੰਮ੍ਰਿਤਸਰ ਦਿੱਲੀ ਵਿਚਕਾਰ 15 ਲੱਖ ਵਿੱਚੋਂ ਜੇ ਅਸੀਂ 50-60% ਵੀ ਅੰਤਰਰਾਸ਼ਟਰੀ ਜਿਹੜੇ ਲੋਕੀ ਜਾ ਰਹੇ ਨੇ ਦਿੱਲੀ ਥਾਈ ਉਹ ਵੀ ਲਾ ਲਈਏ, 7.5 ਲੱਖ ਸਵਾਰੀ ਸਾਡੀ ਅੰਮ੍ਰਿਤਸਰੋਂ ਚੜ੍ਹ ਕੇ ਵਾਇਆ ਦਿੱਲੀ ਜਾ ਰਹੀ ਆ। ਤੇ ਫਿਰ 에ਅਰਲਾਈਨਸ ਨਾਲ ਗੱਲ ਕੀਤੀ ਵਿਦੇਸ਼ਾਂ ਦੀ ਕਿ ਤੁਸੀਂ ਇੱਥੋਂ ਫਲਾਈਟਾਂ ਸ਼ੁਰੂ ਕਰੋ। ਕੁਝ ਨੂੰ ਇੱਥੋਂ ਪਰਮਿਸ਼ਨ ਹੈਗੀ ਆ, 에ਅਰ ਏਸ਼ੀਆ ਨੂੰ ਹੈਗੀ ਸੀ, ਉਹਨਾਂ ਨੇ ਸ਼ੁਰੂ ਕਰ ਦਿੱਤੀ। ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਐਮੀਰੇਟਸ ਵਰਗੀਆਂ, ਇਤਿਹਾਦ ਵਰਗੀਆਂ, ਟਰਕਿਸ਼ ਵਰਗੀਆਂ ਜਿਹੜੀ ਵੱਡੀਆਂ 에ਅਰਲਾਈਨਾਂ ਉਹ ਇੱਥੋਂ ਉਹਨਾਂ ਨੂੰ ਪਰਮਿਸ਼ਨ ਨਹੀਂ ਹੈਗੀ ਤੇ ਇਹੋ ਕੋਸ਼ਿਸ਼ ਕਰ ਰਹੇ ਜੇ ਉਹਨਾਂ ਨੂੰ ਪਰਮਿਸ਼ਨ ਸਰਕਾਰ ਨਹੀਂ ਦੇ ਰਹੀ ਤੇ ਸਰਕਾਰ ਕਿਸੇ ਤਰ੍ਹਾਂ 에ਅਰ ਇੰਡੀਆ ਦੀਆਂ ਜਾਂ ਹੋਰ ਜਿਹੜੀਆਂ ਇੰਡੀਅਨ ਕੈਰੀਅਰਸ ਨੇ ਉਹਦੀਆਂ ਫਲਾਈਟਾਂ ਸ਼ੁਰੂ ਕਰਨ ਤੇ ਇਸੇ ਤਹਿਤ ਉਹਨਾਂ ਨੇ ਬਰਮਿੰਗਮ ਦੀ ਫਲਾਈਟ ਸ਼ੁਰੂ ਕੀਤੀ। ਫਿਰ ਮੈਨੂੰ ਖੁਸ਼ੀ ਹੈ ਕਿ ਜਿੱਦਾਂ ਮੈਂ ਦੱਸਿਆ ਕਿ ਸੇਵਾ ਟਰੱਸਟ ਯੂਕੇ ਤੇ ਤਨਮਨਜੀਤ ਸਿੰਘ ਢੇਸੀ ਨਾਲ ਰਾਬਤਾ ਹੋਇਆ ਤੇ ਤੁਹਾਨੂੰ ਵੀ ਪਤਾ ਹੈ ਕਿ ਫਿਰ ਅਸੀਂ ਇੱਕ ਅਪ੍ਰੈਲ ਦੇ ਮਹੀਨੇ ਇਸ ਸਾਲ ਇੱਕ ਉੱਥੋਂ ਯੂਕੇ ਤੋਂ ਇੱਕ ਸਾਂਝੀ ਮੁਹਿੰਮ ਚਲਾਈ ਪਾਰਲੀਮੈਂਟ ਤੋਂ ਸ਼੍ਰੀ ਢੇਸੀ ਸਾਹਿਬ ਜੀ ਦੀ ਲੀਡਰਸ਼ਿਪ ਦੇ ਵਿੱਚ ਤੇ ਉਹਨਾਂ ਨਾਲ MP ਸੀਮਾ ਮਲਹੋਤਰਾ ਜੀ, ਪ੍ਰੀਤ ਕੌਰ ਗਿੱਲ ਤੇ ਯਸੀਨ ਮੁਹੰਮਦ ਯਸੀਨ ਹੋਰ ਵੀ MP ਨੇ, ਉਹ ਸਾਡੇ ਨਾਲ ਜੁੜੇ ਤੇ ਅਸੀਂ ਇੱਕ ਸਾਂਝੀ ਇੱਕ ਇੱਥੋਂ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਔਜਲਾ ਜੀ ਗਏ, ਇੰਡੀਅਨ ਹਾਈ ਕਮਿਸ਼ਨਰ ਆਇਆ ਭਾਰਤ ਸਰਕਾਰ ਵੱਲੋਂ, ਵਿਜੇ ਸਾਂਪਲਾ ਜੀ ਨਾਲ ਵੀ ਗੱਲ ਹੋਈ, ਸਾਰਿਆਂ ਨਾਲ ਗੱਲ ਹੋ ਕੇ ਫਿਰ ਅਸੀਂ ਇੱਕ ਮੰਗ ਉਠਾਈ ਕਿ ਲੰਡਨ ਅੰਮ੍ਰਿਤਸਰ ਤੋਂ ਵੀ ਸਿੱਧੀ ਉਡਾਨ ਸ਼ੁਰੂ ਹੋਵੇ। ਵੇਖੋ ਜੀ 5 ਲੱਖ ਪੰਜਾਬੀ ਲੰਡਨ ਦੇ ਲਾਗੇ ਚਾਗੇ ਰਹਿੰਦਾ ਤੇ 550 ਸਾਲਾ ਵੀ ਆ ਰਿਹਾ, ਗੁਰੂ ਨਾਨਕ ਪਾਤਸ਼ਾਹ ਦਾ ਸਾਰੇ ਡੇਰਾ ਬਾਬਾ ਨਾਨਕ ਜਾਣਾ ਹੈ ਤੇ ਇਸ ਕਰਕੇ ਇਹ ਸਾਂਝੀ ਮੁਹਿੰਮ ਜਿਹੜੀ ਅਸੀਂ ਸ਼ੁਰੂ ਕੀਤੀ ਪਾਰਲੀਮੈਂਟ ਤੋਂ ਅਪ੍ਰੈਲ ਵਿੱਚ, ਸੇਖੋ ਸਾਹਿਬ ਜਿਹੜੇ ਸਿੱਖ ਸੇਵਾ ਟਰੱਸਟ ਦੇ ਨੇ, ਇੰਡੀਅਨ ਹਾਈ ਕਮਿਸ਼ਨ, 에ਅਰ ਇੰਡੀਆ ਸਾਰੇ ਉੱਥੇ ਆਏ ਤੇ ਉਹਦੇ ਤਹਿਤ ਸਾਡਾ ਫਿਰ ਇਹ ਨਾ ਅਸੀਂ ਹੁਣ ਲੰਡਨ ਅੰਮ੍ਰਿਤਸਰ ਤੋਂ ਫਲਾਈਟ ਦਾ ਵੀ ਅਸੀਂ ਕਾਫੀ ਉਹਨੂੰ ਹੁਣ ਹੁੰਗਾਰਾ ਅਸੀਂ ਮਿਲ ਰਿਹਾ ਤੇ ਆਸ ਹੈ ਕਿ ਉਹ ਫਲਾਈਟ ਅਗਲੇ ਸਾਲ ਜਲਦੀ ਸ਼ੁਰੂ ਹੋ ਜਾਏਗੀ। ਬਿਲਕੁਲ, 에ਅਰ ਏਸ਼ੀਆ ਵੀ ਜਦੋਂ ਇੱਥੋਂ ਚੱਲੀ ਉਦੋਂ ਉਹਨਾਂ ਨੇ ਅੰਮ੍ਰਿਤਸਰ ਵਿਕਾਸ ਮੰਚ ਦਾ ਜਿਹੜਾ ਆ ਉਹ ਧੰਨਵਾਦ ਜਿਹੜਾ ਆ ਉਹ ਕੀਤਾ। ਨਵਜੋਤ ਸਿੰਘ ਸਿੱਧੂ ਵੀ ਉਸ ਦੇ ਵਿੱਚ ਸ਼ਾਮਲ ਹੋਏ ਸੀ, ਪੰਜਾਬ ਸਰਕਾਰ ਦੇ ਵੱਲੋਂ ਉਹ ਵੀ ਸ਼ਾਮਲ ਹੋਏ ਸੀ। ਸਮਾਂ ਜਿਹੜਾ ਵਾ ਆਪਣੇ ਕੋਲ ਘੱਟ ਆ। ਬਾਹਰ ਦੀ ਗੱਲ ਕਰੀਏ, ਜਿਹੜੇ ਪੰਜਾਬੀ ਕੈਨੇਡਾ ਅਮਰੀਕਾ ਦੇ ਵਿੱਚ ਰਹਿੰਦੇ ਆ ਉਹਨਾਂ ਤੋਂ ਤੁਹਾਨੂੰ ਕਿਵੇਂ ਦੀ ਸਪੋਰਟ ਜਿਹੜੀ ਆ ਉਹ ਮਿਲ ਰਹੀ ਆ ਤੇ ਅੱਗੇ ਉਹ ਕੀ ਕਰਨਾ ਚਾਹੀਦਾ ਉਹਨਾਂ ਨੂੰ ਕਿ ਜਿਹੜੀਆਂ ਬਹੁਤ ਸਾਰੇ ਲੋਕ ਕੈਨੇਡਾ ਦੇ ਵਿੱਚ ਵੀ ਰਹਿੰਦੇ ਆ, ਬਹੁਤ ਸਾਰੇ ਅਮਰੀਕਾ ਦੇ ਵਿੱਚ ਵੀ ਪੰਜਾਬੀ ਵਸੇ ਹੋਏ ਆ ਕਿ ਇੱਥੋਂ ਉਹ ਚਾਹੁੰਦੇ ਆ ਜਦੋਂ ਵੀ ਤੁਸੀਂ ਦੇਖਦੇ ਹੋ ਖਬਰ ਲੱਗਦੀ ਆ ਤਾਂ ਕਮੈਂਟ ਹੁੰਦੇ ਆ ਕਿ ਟੋਰਾਂਟੋ ਨੂੰ ਸ਼ੁਰੂ ਕਰੋ, ਨਿਊਯਾਰਕ ਨੂੰ ਸ਼ੁਰੂ ਕਰੋ, ਉਹ ਕਿੱਦਾਂ ਸਪੋਰਟ ਜਿਹੜੀ ਆ ਉਹ ਮਿਲ ਰਹੀ ਆ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਕਿਵੇਂ ਅਸੀਂ ਇਹ ਸ਼ੁਰੂ ਕਰ ਸਕਦੇ ਹਾਂ? ਹਾਂਜੀ, ਮੈਂ ਕਹਾਂਗਾ ਕਿ ਯੂਕੇ ਤੋਂ ਮੈਂ 2 ਵਾਰੀ ਗਿਆ, ਹੁਣ ਮੈਂ 10 ਘੰਟੇ ਉੱਥੇ ਠਹਿਰ ਕੇ ਆਇਆ ਤੇ ਬੜੀ ਸਪੋਰਟ ਲੋਕਾਂ ਨੂੰ, ਬਹੁਤ ਇੱਕ ਉਹਨਾਂ 'ਚ ਹੈਗੀ ਐਕਸਾਈਟਮੈਂਟ ਕਿ ਲੰਡਨ ਦੀ ਫਲਾਈਟ ਸ਼ੁਰੂ ਹੋ ਜਾਏ। ਕੈਨੇਡਾ ਤੋਂ ਬਹੁਤ ਰਿਕੁਐਸਟ ਆਉਂਦੀਆਂ ਜੀ ਸਾਡੇ ਫੇਸਬੁੱਕ ਪੇਜ ਤੇ, ਸਾਰੇ ਕਹਿੰਦੇ ਟੋਰਾਂਟੋ ਨੂੰ ਫਲਾਈਟ ਸ਼ੁਰੂ ਹੋਵੇ, ਪਰ ਮੈਨੂੰ ਤੁਸੀਂ ਕਹਿ ਲਓ ਕਿ ਲੋਕਾਂ ਵੱਲੋਂ ਬਹੁਤ ਰਿਕੁਐਸਟ ਨੇ, ਬਹੁਤ ਸਪੋਰਟ ਹੈ, ਪਰ ਜਿਹੜੇ ਉੱਥੋਂ ਦੇ ਰਿਪਰੈਜ਼ੈਂਟੇਟਿਵ ਨੇ ਆਪਣੇ ਪੰਜਾਬੀ, ਜਿਸ ਤਰ੍ਹਾਂ ਤੁਹਾਨੂੰ ਪਤਾ ਨਵਦੀਪ ਬੈਂਸ ਜੀ ਆਏ, ਟਰੂਡੋ ਸਾਹਿਬ ਆਏ ਜਨਵਰੀ ਵਿੱਚ, ਸਾਡੇ ਨੇ ਵੀ ਕਿਹਾ ਇਹ ਕੈਨੇਡਾ ਨੂੰ ਰਿਕੁਐਸਟ ਕਰੀਏ। ਮੈਂ ਫਿਰ ਇੱਕ ਵਾਰ ਬੇਨਤੀ ਕਰਾਂਗਾ ਆਪਣੇ ਜਿਹੜੇ ਸੱਜਣ ਬਾਹਰ ਬੈਠੇ ਨੇ ਸਿੱਖ ਚੈਨਲ ਦੇ ਥਰੂ ਕਿ ਜਿਹੜੀ ਜਿਸ ਤਰ੍ਹਾਂ ਦੀ ਸਪੋਰਟ ਸਾਨੂੰ ਇੰਗਲੈਂਡ ਦੇ ਐਮਪੀਆਂ ਤੋਂ ਮਿਲੀ ਹੈ, ਪਹਿਲੀ ਵਾਰੀ ਨਿਯੁਕਤ ਹੋਏ ਨੇ ਉਹ ਢੇਸੀ ਸਾਹਿਬ ਹੋ ਗਏ, ਪ੍ਰੀਤ ਕੌਰ ਗਿੱਲ ਹੋ ਗਏ ਜਾਂ ਸੀਮਾ ਮਲਹੋਤਰਾ ਜੀ ਵੀ ਹੈਗੇ, ਸਾਰੇ ਐਮਪੀਆਂ ਨੇ ਬਹੁਤ ਸਪੋਰਟ ਕੀਤੀ ਹੈ, ਮੰਗ ਕਰ ਰਹੇ ਨੇ, ਇੰਡੀਅਨ ਹਾਈ ਕਮਿਸ਼ਨ ਨੂੰ ਲੈਟਰ ਲਿਖ ਰਹੇ ਨੇ। ਇਸ ਤਰ੍ਹਾਂ ਦੀ ਸਪੋਰਟ ਮੈਨੂੰ ਹਾਲੇ ਤੱਕ ਕੈਨੇਡਾ ਦੇ ਐਮਪੀ, ਸਾਡੇ 22 ਐਮਪੀ ਨੇ ਪੰਜਾਬੀ ਟੋਟਲ, ਇੱਥੇ ਆਏ ਵੀ, ਪਰ ਉਹ ਜੀ ਸਪੋਰਟ ਮੈਂ
ਕਹਿਣਾ ਚਾਹਾਂਗਾ ਮੈਨੂੰ ਸਾਨੂੰ ਨਹੀਂ ਮਿਲੀ ਹਾਲੇ ਤੱਕ। ਸਾਨੂੰ ਕੋਈ ਉਹਨਾਂ ਨੇ ਕਦੀ ਬਿਆਨ ਨਹੀਂ ਦਿੱਤਾ ਕਿ ਅਸੀਂ ਇਸ ਤਰ੍ਹਾਂ ਬੇਨਤੀ ਕਰਦੇ ਹਾਂ ਜਾਂ 에ਅਰ ਇੰਡੀਆ ਨੂੰ ਬੇਨਤੀ ਕਰਦੇ ਨੇ ਜਾਂ ਇੰਡੀਅਨ ਹਾਈ ਕਮਿਸ਼ਨ ਨੂੰ ਬੇਨਤੀ ਕਰਨ। ਹੋ ਸਕਦਾ ਉਹ ਬੈਕਗਰਾਊਂਡ 'ਚ ਕਰ ਰਹੇ ਹੋਣ, ਪਰ ਹਾਲੇ ਮੀਡੀਆ ਵਿੱਚ ਜਾਂ ਮੈਂ ਕਿਤੇ ਹਾਲੇ ਤੱਕ ਨਹੀਂ ਪੜ੍ਹਿਆ। ਸੋ ਇਹੋ ਬੇਨਤੀ ਕਰਾਂਗੇ ਕਿ ਜਿੰਨੇ ਕੈਨੇਡਾ ਦੇ ਸਿੱਖ ਚੈਨਲ ਵਾਲੇ ਵੇਖਣ ਵਾਲੇ ਨੇ, ਆਪਣੇ ਮੈਂਬਰ ਪਾਰਲੀਮੈਂਟ ਨੂੰ ਵੱਧ ਤੋਂ ਵੱਧ ਕਹਿਣ ਕਿ ਇੰਡੀਅਨ ਹਾਈ ਕਮਿਸ਼ਨ ਨੂੰ ਲਿਖਣ। ਅੰਮ੍ਰਿਤਸਰ ਬਰਮਿੰਗਮ ਟੋਰਾਂਟੋ ਫਲਾਈਟ ਸਭ ਤੋਂ ਕਾਮਯਾਬ ਫਲਾਈਟ ਸੀ 에ਅਰ ਇੰਡੀਆ ਦੀ, ਉਸ ਨੂੰ ਹਾਲੇ ਵੀ ਅੰਮ੍ਰਿਤਸਰ ਬਰਮਿੰਗਮ ਟੋਰਾਂਟੋ ਕੀਤਾ ਜਾ ਸਕਦਾ। 에ਅਰ ਕੈਨੇਡਾ 2 ਦਿਨ ਇੱਥੇ ਆ ਸਕਦੀ ਹੈ। 에ਅਰ ਕੈਨੇਡਾ ਕੋਲ, ਮੈਂ ਕੈਨੇਡਾ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ 에ਅਰ ਕੈਨੇਡਾ ਕੋਲ ਅੰਮ੍ਰਿਤਸਰ ਲੈਂਡ ਕਰਨ ਦੀ ਪਰਮਿਸ਼ਨ ਹੈਗੀ ਹੈ। ਕੈਨੇਡਾ 'ਚ ਗੱਲ ਬਹੁਤ ਕਹੀ ਜਾਂਦੀ ਹੈ ਕਿ ਕੈਨੇਡਾ ਦੇ 에ਅਰਲਾਈਨਾਂ ਇੱਥੇ ਭਾਰਤ ਸਰਕਾਰ ਨਹੀਂ ਅਲਾਉ ਕਰਦੀ। ਕੈਨੇਡਾ ਦੀ ਕੋਈ ਵੀ 에ਅਰਲਾਈਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੈਂਡ ਕਰ ਸਕਦੀ ਹੈ। ਆਪਣੇ ਮੈਂਬਰ ਪਾਰਲੀਮੈਂਟ ਨੂੰ, 에ਅਰ ਕੈਨੇਡਾ ਨੂੰ ਵੱਧ ਤੋਂ ਵੱਧ ਲਿਖੋ, ਜਿੰਨੀਆਂ ਸੰਸਥਾਵਾਂ ਨੇ ਉਹ ਫਲਾਈ ਅੰਮ੍ਰਿਤਸਰ ਨਾਲ ਜੁੜਨ ਜਾਂ ਆਪਣੇ ਤੌਰ ਤੇ ਵੀ 에ਅਰ ਕੈਨੇਡਾ ਨੂੰ ਲਿਖਣ, ਤਾਂ ਜੋ ਇਹ ਫਲਾਈਟ ਅਸੀਂ ਜਲਦੀ ਤੋਂ ਜਲਦੀ 550 ਸਾਲਾ ਜਿਹੜਾ ਆ ਰਿਹਾ ਹੈ ਉਹਦੇ ਵਿੱਚ ਅਸੀਂ ਸ਼ੁਰੂ ਕਰਾ ਸਕੀਏ। ਤੁਸੀਂ ਗੱਲ ਕੀਤੀ ਕਿ ਤੁਹਾਨੂੰ ਸਭ ਤੋਂ ਜ਼ਿਆਦਾ ਸਪੋਰਟ ਜਿਹੜੀ ਆ ਉਹ ਯੂਕੇ ਤੋਂ ਮਿਲੀ, ਉੱਥੋਂ ਦੇ ਮੈਂਬਰ ਪਾਰਲੀਮੈਂਟਸ ਤੋਂ ਮਿਲੀ, ਤੇ ਲੰਡਨ ਦੀ ਫਲਾਈਟ ਜਿਹੜੀ ਆ ਉਹਦੀ ਕੀ ਅਪਡੇਟ ਆ? ਮੈਂ ਕਹੂੰਗਾ ਕਿ ਉਹ ਵੀ ਤੁਸੀਂ ਜਿਹੜੀ ਆ ਦਰਸ਼ਕਾਂ ਨਾਲ ਸਾਂਝੀ ਕਰ ਦਿਓ। ਹਾਂਜੀ, ਪਿਛਲੇ ਹਫਤੇ ਹੀ MP ਢੇਸੀ ਨੇ ਦੱਸਿਆ ਕਿ ਜਲਦੀ ਲੂਟਨ 에ਅਰਪੋਰਟ ਜਿਹੜਾ ਲੰਡਨ ਤੋਂ ਅੱਧਾ ਘੰਟਾ ਦੂਰ ਹੈ ਤੇ ਉੱਥੋਂ ਫਲਾਈਟ ਸ਼ੁਰੂ ਹੋਣ ਦੀ ਆਸ ਹੈ। ਸਾਨੂੰ ਖੁਸ਼ੀ ਹੈ ਕਿ ਇਸ ਮੁਹਿੰਮ ਜਦੋਂ ਸ਼ੁਰੂ ਕੀਤੀ ਗਈ ਤੇ ਲੂਟਨ 에ਅਰਪੋਰਟ ਵਾਲਿਆਂ ਨੇ ਦੇਖਿਆ ਕਿ ਡਿਮਾਂਡ ਬੜੀ ਹੈ ਤੇ ਉਹਨਾਂ ਦੇ ਜਿਹੜੇ ਇੰਡੀਆ ਦੀ ਵੀ ਕੰਪਨੀ ਦੇ ਉਹਨਾਂ ਨੇ ਵੀ ਸਾਨੂੰ ਅਪਰੋਚ ਕੀਤਾ ਤੇ ਇਸ ਤਰ੍ਹਾਂ ਉਹਨਾਂ ਨੇ ਢੇਸੀ ਸਾਹਿਬ ਨਾਲ ਵੀ ਮੀਟਿੰਗ ਕੀਤੀ ਤੇ ਉਹਨਾਂ ਨੂੰ ਅਸੀਂ ਸਾਰਾ ਡੇਟਾ ਸਪਲਾਈ ਕੀਤਾ, ਸਾਰਾ ਦਿੱਤਾ ਤੇ ਉਹਨਾਂ ਦੀ ਹੁਣ ਕੁਝ 에ਅਰਲਾਈਨਸ ਨਾਲ ਗੱਲਬਾਤ ਚੱਲ ਰਹੀ ਹੈ। ਮੈਂ ਜਦੋਂ ਤੱਕ ਗੱਲਬਾਤ ਪੂਰੀ ਨਹੀਂ ਹੋ ਸਕਦੀ ਮੈਂ ਦੱਸ ਨਹੀਂ ਸਕਦਾ ਕਿ ਕਿਹੜੀ 에ਅਰਲਾਈਨ ਸ਼ੁਰੂ ਕਰੇਗੀ। ਇਹ ਅਸੀਂ ਹਾਲੇ ਸਾਨੂੰ ਕੁਝ ਪਤਾ ਹੈ ਕਿ ਕਿਹੜੀ 에ਅਰਲਾਈਨ ਕਰ ਸਕਦੀ ਹੈ, ਪਰ ਇਹ ਜਲਦੀ ਅਸੀਂ ਆਸ ਕਰ ਰਹੇ ਹਾਂ ਅਪ੍ਰੈਲ ਮਈ ਤੱਕ ਇਹ ਫਲਾਈਟ ਸ਼ੁਰੂ ਹੋ ਜਾਏਗੀ ਤੇ ਸਾਨੂੰ ਹੋਰ ਆਸ ਹੈ ਕਿ ਭਾਰਤੀ ਕੰਪਨੀਆਂ ਇਹ ਫਲਾਈਟ ਸ਼ੁਰੂ ਕਰਨਗੀਆਂ ਹੋਪਫੁਲੀ। ਸੋ ਇਹ ਕਾਫੀ ਚੰਗੀ ਹੈ। ਅਸੀਂ ਮੰਗ ਕਰਾਂਗੇ ਕਿ ਜਿਹੜੀਆਂ ਹੋਰ ਵੀ ਉਡਾਨਾਂ ਸ਼ੁਰੂ ਹੋਈਆਂ, ਬੈਂਕਾਕ ਦੀ ਉਡਾਨ ਸ਼ੁਰੂ ਹੋਈ ਹੈ ਸਪਾਈਸ ਜੈਟ ਦੀ, ਪੰਜਾਬੀ ਕੋਸ਼ਿਸ਼ ਕਰਨ ਵੱਧ ਤੋਂ ਵੱਧ 에ਅਰ ਏਸ਼ੀਆ ਇਹਨਾਂ ਉਡਾਨਾਂ ਥਾਣੀ ਜਾਣ, ਦਿੱਲੀ ਥਾਣੀ ਨਾ ਆਉਣ, ਕਿਉਂਕਿ ਜਦੋਂ ਯਾਤਰੀ ਇੱਥੋਂ ਅੰਮ੍ਰਿਤਸਰੋਂ ਵੱਧ ਜਾਣਗੇ ਉਹਨਾਂ ਨੂੰ ਪਤਾ ਲੱਗੇਗਾ ਕਿ ਯਾਤਰੀ ਜਾ ਰਹੇ ਨੇ, ਤਾਂ ਕਿ ਉਹ ਫਲਾਈਟਾਂ ਹੋਰ ਵੱਧ ਸ਼ੁਰੂ ਹੋਣ। ਇੱਥੋਂ ਕੋਈ ਫਲਾਈਟ ਬੰਦ ਨਹੀਂ ਹੋਣੀ ਚਾਹੀਦੀ, ਨਹੀਂ ਤੇ ਇਸ ਦਾ ਸਾਡੇ ਤੇ ਭੈੜਾ ਅਸਰ ਪੈ ਸਕਦਾ ਕਿ ਇੱਕ ਫਲਾਈਟ ਕਿਉਂ ਬੰਦ ਹੋਈ। ਸੋ ਲੂਟਨ 에ਅਰਪੋਰਟ ਤੇ ਲੰਡਨ ਦੀ ਜਲਦੀ ਉਡਾਨ ਸ਼ੁਰੂ ਹੋਣ ਲਈ ਸੋ ਹੋਪਫੁਲੀ ਇਹ ਉਡਾਨ ਜਲਦੀ ਅਗਲੇ ਸਾਲ ਸ਼ੁਰੂ ਹੋ ਜਾਏਗੀ। 2019 ਦੇ ਵਿੱਚ ਜਿਹੜੀਆਂ ਨਵੀਆਂ ਕੁਝ ਫਲਾਈਟਾਂ ਜਿਹੜੀਆਂ ਆ ਰਹੀਆਂ ਉਡਾਨ ਸਕੀਮ ਦੇ ਤਹਿਤ ਵੀ ਇਹ ਜਿਹੜਾ ਹਵਾਈ ਅੱਡਾ ਆ ਗਿਆ ਵਾ, ਤੇ ਉਸ ਸੰਬੰਧ ਦੇ ਵਿੱਚ ਕੀ ਅਪਡੇਟ ਹੈ? ਹਾਂਜੀ, ਮੈਂ ਦੱਸਣੀ ਭੁੱਲ ਗਿਆ ਜੀ ਕਿ ਜੁਲਾਈ ਵਿੱਚ ਸਾਡੀ ਟੀਮ ਨੇ ਵਿਕਾਸ ਮੰਚ ਦੀ ਟੀਮ ਨੇ ਸ਼੍ਰੀ ਵਿਜੇ ਸਾਂਪਲਾ ਦੇ ਨਾਲ ਦਿੱਲੀ ਮੀਟਿੰਗ ਕੀਤੀ ਤੇ ਜੈਨ ਸਿਨਹਾ ਜੀ ਨਾਲ ਕੀਤੀ ਤੇ ਵਿਜੇ ਸਾਂਪਲਾ ਜੀ ਸਾਨੂੰ ਨਾਲ ਉਹਨਾਂ ਨੇ ਟੂਰਿਜ਼ਮ ਮਿਨਿਸਟਰ ਨੇ ਜਿਹੜੇ KJ ਐਲਫੋਨਸ ਉਹਨਾਂ ਨਾਲ ਮਿਲਾਇਆ ਤੇ ਅਸੀਂ ਇਹ 6 ਰੂਟ ਉਹਨਾਂ ਨੂੰ ਦੱਸੇ। ਬੜੀ ਖੁਸ਼ੀ ਹੈ ਕਿ 2 ਮਹੀਨੇ ਪਹਿਲਾਂ 6 ਦੇ 6 ਰੂਟ ਜਿਹੜੇ ਨੇ ਉਹ ਅਪਰੂਵ ਹੋ ਗਏ। ਉਡਾਨ ਵਿੱਚ ਸਰਕਾਰ 에ਅਰਲਾਈਨਸ ਨੂੰ ਕੁਝ ਫੰਡਿੰਗ ਦਿੰਦੀ ਹੈ ਜੇ ਕਿਤੇ ਸੀਟਾਂ ਘੱਟ ਭਰਨ ਜਾਂ ਕਿਸ ਤਰ੍ਹਾਂ, ਤੇ ਉਹਦੇ ਵਿੱਚ ਉਹਨਾਂ ਨੂੰ ਹੁਣ ਸਾਡਾ ਅੰਮ੍ਰਿਤਸਰ 에ਅਰਪੋਰਟ ਜਿਹੜਾ ਉਹਨਾਂ ਦੇ ਪਹਿਲੇ 2 ਫੇਜ਼ ਆਏ ਸੀ ਉਹ 'ਚ ਅੰਮ੍ਰਿਤਸਰ ਹਵਾਈ ਅੱਡਾ ਸ਼ਾਮਲ ਨਹੀਂ ਸੀ ਹੋਇਆ। ਸੋ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਡਾ ਕੰਮ ਹੈ ਕਿ ਸਰਕਾਰਾਂ ਤੱਕ ਆਵਾਜ਼ ਉਠਾਉਣੀ, ਸੋ ਅਸੀਂ ਉਹ ਆਵਾਜ਼ ਉਠਾਈ ਤੇ ਸਾਨੂੰ ਖੁਸ਼ੀ ਹੈ ਕਿ ਸਰਕਾਰ ਨੇ ਅੰਮ੍ਰਿਤਸਰ ਤੋਂ ਜਿਹੜੇ ਸਾਡੇ BJP ਪ੍ਰਧਾਨ ਨੇ ਸਾਰਿਆਂ ਨੇ ਬੜਾ ਸਾਥ ਦਿੱਤਾ ਤੇ ਹੁਣ 6 ਦੇ 6 ਰੂਟ ਸ੍ਰੀ ਪਟਨਾ ਸਾਹਿਬ ਨੂੰ ਪਟਨਾ ਨੂੰ ਜਿਹੜੀ ਉਡਾਨ ਹੈ, ਉਡਾਨ ਦੀ ਸਕੀਮ ਇਹ 10 ਜਨਵਰੀ ਨੂੰ ਇਹਨਾਂ ਦੀ ਬੋਲੀ ਹੋਣੀ ਹੈ, 에ਅਰਲਾਈਨਸ ਨੇ ਬਿਡ ਕਰਨੀ ਹੈ ਤੇ ਸਾਨੂੰ ਆਸ ਹੈ ਕਿ ਪਟਨਾ, ਵਾਰਾਣਸੀ, ਧਰਮਸ਼ਾਲਾ, ਕਲਕੱਤਾ, ਗੋਆ ਦੀ ਫਲਾਈਟ ਤੇ ਸ਼ੁਰੂ ਹੋ ਗਈ ਹੈ ਤੇ ਇੱਕ ਹੋਰ ਹੈਗਾ ਸਟੇਸ਼ਨ ਜਿੱਥੇ ਸਾਡੀ ਉਡਾਨ ਸ਼ੁਰੂ 6 ਦੇ 6 ਉਡਾਨਾਂ ਅਗਲੇ ਸਾਲ ਸ਼ੁਰੂ ਹੋਣ ਦੀ ਆਸ ਹੈ ਤੇ ਬੜੀ ਖੁਸ਼ੀ ਹੈ। ਗੁਰੂ ਸਾਹਿਬ ਦੀ ਇਹ ਬਖਸ਼ਿਸ਼ ਹੋਈ ਤੇ ਇਹ 6 ਦੇ 6 ਰੂਟ ਸਾਨੂੰ ਮਿਲ ਗਏ ਨੇ ਤੇ ਪਟਨਾ ਸਾਹਿਬ ਨੂੰ ਲੋਕੀ ਆਲਰੇਡੀ ਨੰਦੇੜ ਦੀ ਫਲਾਈਟ ਚੱਲ ਰਹੀ ਹੈ। 2 ਦਿਨ ਹੈ, ਅਸੀਂ ਬੇਨਤੀ ਕਰ ਰਹੇ ਹਾਂ ਫਿਰ ਸਾਰੀਆਂ ਪਾਰਟੀਆਂ ਨੂੰ ਕਿ ਇਸ ਨੂੰ ਰੋਜ਼ ਕੀਤਾ ਜਾਵੇ ਅਤੇ ਪਟਨਾ ਸਾਹਿਬ ਨੂੰ ਵੀ ਫਿਰ ਸਾਡੇ ਜਿਹੜੇ ਸਾਰੇ ਸੰਗਤ ਹੈ ਉਹ ਪਟਨਾ ਸਾਹਿਬ ਨੂੰ ਅਗਲੇ ਸਾਲ ਮੱਥਾ ਟੇਕ ਸਕਦੀ ਹੈ, ਕਰਤਾਰਪੁਰ ਸਾਹਿਬ ਨੂੰ ਵੀ। ਸੋ ਸਾਰੇ ਅਸੀਂ ਇਹ ਜਿਹੜੇ ਧਾਰਮਿਕ ਸਥਾਨ ਨੇ ਅਸੀਂ ਮੱਥਾ ਟੇਕ ਸਕਦੇ ਹਾਂ। ਹੁਣ ਜੇਕਰ ਗੱਲ ਕਰੀਏ ਤਾਂ ਇੱਥੋਂ ਕਿਹੜੀਆਂ ਡੋਮੈਸਟਿਕ ਤੇ ਕਿਹੜੀਆਂ ਇੰਟਰਨੈਸ਼ਨਲ ਉਡਾਨਾਂ ਜਿਹੜੀਆਂ ਉਹ ਚੱਲ ਰਹੀਆਂ ਇਹ ਦਰਸ਼ਕਾਂ ਦੀ ਜਾਣਕਾਰੀ ਵਾਸਤੇ, ਕਿਉਂਕਿ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਫਲਾਈਟ ਅੰਮ੍ਰਿਤਸਰ ਤੋਂ ਜਾਂਦੀ ਉਹ ਦਿੱਲੀੋਂ ਲੈ ਲੈਂਦੇ ਫਲਾਈਟ ਜਾ। ਹਾਂਜੀ, ਜੇ ਮੈਂ ਅੰਤਰਰਾਸ਼ਟਰੀ ਉਡਾਨਾਂ ਦੀ ਗੱਲ ਕਰਾਂ ਤਾਂ ਇੱਥੋਂ ਤੁਰਕਮੇਨਿਸਤਾਨ ਤੇ ਉਜ਼ਬੇਕਿਸਤਾਨ ਸਨ 2000 ਤੋਂ ਫਲਾਈਟਾਂ ਚੱਲ ਰਹੀਆਂ। ਉਹ ਕਾਫੀ ਯੂਰਪ ਦੇ ਡੈਸਟੀਨੇਸ਼ਨ ਲੰਡਨ, ਬਰਮਿੰਗਮ, ਮਿਲਾਨ ਉਹਨੂੰ ਕਨੈਕਟ ਕਰਦੇ ਆ। ਸਭ ਤੋਂ ਵੱਡੀ 에ਅਰਲਾਈਨ ਦੁਨੀਆ ਦੀ 5 ਸਟਾਰ 에ਅਰਲਾਈਨ ਕਤਰ 에ਅਰਵੇਜ਼ ਦੋਹਾ ਜਾਂਦੀ ਹੈ, ਉਹ ਅਮਰੀਕਾ ਦੇ 10 에ਅਰਪੋਰਟ ਨਾਲ ਕਨੈਕਟ ਹੁੰਦੀ ਹੈ, ਵੱਡੇ 에ਅਰਪੋਰਟ। ਉੱਥੋਂ ਤੁਸੀਂ ਫਿਰ ਅਮਰੀਕਨ 에ਅਰਲਾਈਨਸ ਨਾਲ ਉਹਨਾਂ ਦਾ ਅਲਾਈਨਸ ਹੈਗਾ, ਉੱਥੋਂ ਫਿਰ ਤੁਸੀਂ ਅਮਰੀਕਾ ਕਿਤੇ ਵੀ ਜਾ ਸਕਦੇ ਜੇ। ਕੈਨੇਡਾ ਜਾਣਾ ਹੋਵੇ ਤਾਂ ਤੁਸੀਂ ਹਾਲੇ ਵੀ ਟੋਰਾਂਟੋ ਜਾ ਸਕਦੇ ਜੇ, ਦੋਹਾ ਤੋਂ ਮੌਂਟਰੀਅਲ ਤੋਂ ਟੋਰਾਂਟੋ, ਇਸ ਤਰ੍ਹਾਂ ਮੌਂਟਰੀਅਲ ਤੋਂ ਵੈਂਕੂਵਰ ਵੀ ਜਾ ਸਕਦੇ ਜੇ। ਤੇ ਉਹ ਹੋ ਗਿਆ ਕਤਰ 에ਅਰਵੇਜ਼ ਪੂਰਾ ਯੂਰਪ ਕਵਰ ਕਰਦੀ ਹੈ। 에ਅਰ ਏਸ਼ੀਆ ਐਕਸ ਦੁਨੀਆ ਦੀ ਸਭ ਤੋਂ ਵੱਡੀ ਘੱਟ ਕਿਰਾਏ ਵਾਲੀ 에ਅਰਲਾਈਨ ਕੁਆਲਾਲੰਪੁਰ ਤੋਂ ਆਸਟ੍ਰੇਲੀਆ ਤੁਸੀਂ ਮੈਲਬਰਨ, ਸਿਡਨੀ, ਪਰਥ
ਤੇ ਤੁਸੀਂ ਸਿਰਫ 16 ਘੰਟੇ 'ਚ ਪਹੁੰਚ ਸਕਦੇ ਜੇ। ਮੈਂ ਇਹੋ ਫਿਰ ਬੇਨਤੀ ਕਰਾਂਗਾ ਵੱਧ ਤੋਂ ਵੱਧ ਇਹਨਾਂ ਫਲਾਈਟ ਤੇ ਜਾਓ। ਮਲਿੰਡੋ 에ਅਰ ਵੀ ਕੁਆਲਾਲੰਪੁਰ ਨਾਲ ਕਨੈਕਟ ਕਰਦੀ ਹੈ। ਜਿਹੜੀਆਂ ਭਾਰਤੀ ਹਵਾਈ ਕੰਪਨੀਆਂ ਨੇ ਸਪਾਈਸ ਜੈਟ, 에ਅਰ ਇੰਡੀਆ ਐਕਸਪ੍ਰੈਸ ਤੇ ਇੰਡੀਗੋ, ਇਹ ਦੁਬਈ ਨੂੰ ਕਨੈਕਟ ਕਰਦੀਆਂ ਤੇ ਹੁਣ ਸਪਾਈਸ ਜੈਟ ਨੇ ਬੈਂਕਾਕ ਦੀ ਉਡਾਨ ਸ਼ੁਰੂ ਕੀਤੀ ਹੈ। ਸੋ 에ਅਰ ਇੰਡੀਆ ਜਿਹੜੀ 3 ਦਿਨ ਹਫਤੇ 'ਚ ਬਰਮਿੰਗਮ ਫਲਾਈਟ ਚਲਾ ਰਹੀ ਹੈ। ਸੋ ਇਹ ਅੰਤਰਰਾਸ਼ਟਰੀ ਨੇ ਤੇ ਜਿਹੜੀਆਂ ਡੋਮੈਸਟਿਕ ਹੈ ਉਹ ਦਿੱਲੀ, ਬੰਬੇ, ਗੋਆ, ਬੈਂਗਲੌਰ, ਹੈਦਰਾਬਾਦ, ਗੁਹਾਟੀ, ਨੰਦੇੜ ਤੇ ਉਹਨਾਂ ਨਾਲ ਸਾਨੂੰ ਕਨੈਕਟ ਕਰਦੀ ਹੈ। ਤੇ ਇਸੇ ਤਰ੍ਹਾਂ ਸ੍ਰੀਨਗਰ ਵੀ ਕਨੈਕਟ ਹੁੰਦਾ ਹੈ। ਸੋ ਕਾਫੀ ਉਡਾਨਾਂ ਇਸ ਸਾਲ ਸਾਨੂੰ ਕੁੱਲ 4 ਅੰਤਰਰਾਸ਼ਟਰੀ ਅਤੇ 4 ਘਰੇਲੂ ਉਡਾਨਾਂ ਮਿਲੀਆਂ ਤੇ 6 ਉਡਾਨ ਦੀਆਂ ਜੇ ਅਗਲੇ ਸਾਲ ਫਲਾਈਟਾਂ ਸ਼ੁਰੂ ਹੁੰਦੀਆਂ ਨਾਲ ਦੀ ਨਾਲ ਲੰਡਨ ਦੀ ਫਲਾਈਟ ਤੇ ਆਸ ਹੈ ਟੋਰਾਂਟੋ ਅਤੇ ਹੋਰ ਵੀ ਅੰਤਰਰਾਸ਼ਟਰੀ ਉਡਾਨਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਆਬੂ ਧਾਬੀ, ਮਸਕਟ, ਸਾਡੀ ਹੁਣੇ ਮੀਟਿੰਗ ਹੋਈ ਹੈ ਦਿੱਲੀ ਵਿੱਚ, ਉਸ ਦੀ ਜਾਣਕਾਰੀ ਅਸੀਂ ਜਲਦੀ ਦਰਸ਼ਕਾਂ ਨਾਲ ਸਾਂਝੀ ਕਰਾਂਗੇ। ਤਕਰੀਬਨ 10 ਕੇ 12 에ਅਰਲਾਈਨਸ ਨਾਲ ਅਸੀਂ ਦਿੱਲੀ ਵਿੱਚ ਮੀਟਿੰਗ ਕੀਤੀ ਹੈ ਤੇ ਬਹੁਤ ਹੀ ਵਧੀਆ ਮੀਟਿੰਗ ਰਹੀ ਹੈ ਤੇ ਕਦੀ ਪੰਜਾਬ ਤੋਂ ਇੰਨੀ ਵੱਡੀ ਮੀਟਿੰਗ ਨਹੀਂ ਹੋਈ ਹੋਏਗੀ ਤੇ ਅਸੀਂ ਉਸ ਦੀ ਤੁਹਾਨੂੰ ਜਾਣਕਾਰੀ ਅਪਡੇਟ ਸਿੱਖ ਚੈਨਲ ਥਰੂ ਜਲਦੀ ਸ਼ੇਅਰ ਕਰਾਂਗੇ। ਸੋ ਮੈਂ ਉਹ ਕਹਾਂਗਾ ਸਟੇ ਟਿਊਨਡ ਤੇ ਇਸੇ ਤਰ੍ਹਾਂ ਸਾਡੇ ਨਾਲ ਸਾਥ ਦਿੰਦੇ ਰਹੋ ਤੇ ਬਹੁਤ ਹੀ ਚੰਗਾ ਲੱਗੇਗਾ। ਥੈਂਕ ਯੂ ਜੀ ਤੁਹਾਡਾ ਗੱਲਬਾਤ ਕਰਨ ਵਾਸਤੇ। ਸੋ ਸਮੁੱਚੀ ਜਾਣਕਾਰੀ ਜਿਹੜੀ ਆ ਉਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ। ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਸਕੱਤਰ ਜਿਹੜੇ ਨੇ ਸਰਦਾਰ ਸਮੀਪ ਸਿੰਘ ਜੀ ਗੁਮਟਾਲਾ, ਉਹਨਾਂ ਨੇ ਤੇ ਨਾਲ ਫਲਾਈ ਅੰਮ੍ਰਿਤਸਰ ਦੇ ਜਿਹੜੇ ਕਨਵੀਨਰ ਨੇ। ਸੋ ਇਹਨਾਂ ਦੀ ਸਮੁੱਚੀ ਗੱਲਬਾਤ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਪਤਾ ਲੱਗੀਆਂ ਹੋਣਗੀਆਂ ਤੇ ਆਉਣ ਵਾਲੇ ਸਮੇਂ 'ਚ ਅਸੀਂ ਕਿਵੇਂ ਸਹਿਯੋਗ ਕਰਨਾ ਇਹਨਾਂ ਦਾ, ਅੰਮ੍ਰਿਤਸਰ ਗੁਰੂ ਨਗਰੀ ਨੂੰ ਕਿਵੇਂ ਅਸੀਂ ਉੱਪਰ ਲੈ ਕੇ ਜਾਣਾ ਆ, ਅੰਮ੍ਰਿਤਸਰ 에ਅਰਪੋਰਟ ਤੋਂ ਹੋਰ ਉਡਾਨਾਂ ਸ਼ੁਰੂ ਹੋਣ, ਇਸ ਵਾਸਤੇ ਵੀ ਉਹਨਾਂ ਦੱਸਿਆ ਕਿ ਕਿਵੇਂ ਤੁਸੀਂ ਆਪਣੇ ਮੈਂਬਰ ਪਾਰਲੀਮੈਂਟਸ ਤੱਕ ਜਿਹੜੀ ਆ ਉਹ ਪਹੁੰਚ ਕਰਨੀ ਆ। ਸੋ ਅਸੀਂ ਅੰਮ੍ਰਿਤਸਰ ਵਿਕਾਸ ਮੰਚ ਦਾ ਤੇ ਸਰਦਾਰ ਸਮੀਪ ਸਿੰਘ ਗੁਮਟਾਲਾ ਹੋਰਾਂ ਦਾ ਸਿੱਖ ਚੈਨਲ ਵੱਲੋਂ ਵੀ ਧੰਨਵਾਦ ਕਰਦੇ ਹਾਂ ਤੇ ਇੱਥੇ ਹੀ ਇਸ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਇੱਥੇ ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।